Hello students, in this video lecture we are going to start 4th chapter of 11th class, Albert Einstein at School, written by Patrick Prinzel. This lesson is from your snapshots books. Uh, Albert Einstein, who was born in 1897 and died in 1955, is regarded as the greatest physicist since Newton. ਨਿਊਟਨ ਤੋਂ ਬਾਅਦ ਐਲਬਰਟ ਐਨਸਟਾਈਨ ਨੂੰ ਇੱਕ ਮਹਾਨ ਭੌਤਿਕ ਵਿਗਿਆਨੀ ਮੰਨਿਆ ਗਿਆ ਹੈ। ਇਨ ਦਾ ਫੋਲੋਇੰਗ ਐਕਸਟ੍ਰੈਕਟ ਫਰੋਮ ਦਾ ਯੰਗ ਇਨਸਟਾਈਨ, ਇਹ ਜੋ ਅੱਗੇ ਐਕਸਟ੍ਰੈਕਟ ਦਿੱਤਾ ਗਿਆ ਹੈ, ਇੱਕ ਪੈਸੇਜ ਦਿੱਤਾ ਗਿਆ ਹੈ ਦਾ ਯੰਗ ਐਨਸਟਾਈਨ ਦੇ ਵਿੱਚੋਂ ਇਹ ਲਿਆ ਗਿਆ ਹੈ। ਦਾ ਵੈਲ ਨੋਨ ਬਾਇਓਗ੍ਰਾਫਰ, ਇਸ ਵਿੱਚ ਇੱਕ ਬਾਇਓਗ੍ਰਾਫਰ ਜੋ ਹਨ ਪੈਟਰਿਕ ਪ੍ਰਿੰਜਲ, ਉਹ ਕੀ ਡਿਸਕ੍ਰਾਈਬ ਕਰਦੇ ਹਨ, ਉਹਨਾਂ ਸਰਕਮਸਟਾਂਸਿਸ ਨੂੰ ਡਿਸਕ੍ਰਾਈਬ ਕਰਦੇ ਹਨ which led to Albert Einstein expulsion from a German school. ਜਿਹੜੀਆਂ ਸਥਿਤੀਆਂ, ਜਿਹੜੇ ਸਰਕਮਸਟਾਂਸਸ ਅਲਬਰਟ ਆਇਨਸਟਾਈਨ ਨੂੰ ਸਕੂਲ ਵਿੱਚੋਂ ਕੱਢਣ ਦੇ ਵੱਲ ਲੈ ਜਾਂਦੇ ਹਨ, ਉਹਨਾਂ ਸਥਿਤੀਆਂ ਨੂੰ ਇਸ ਚੈਪਟਰ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ। Let's start the chapter. In what year, Einstein asked the history teacher, did the Prussian defeat the French at Waterloo? ਹਿਸਟਰੀ ਟੀਚਰ ਆਇਨਸਟਾਈਨ ਨੂੰ ਪੁੱਛਦੇ ਹਨ ਕਿ ਕਿਸ ਸਾਲ ਵਿੱਚ ਪ੍ਰੂਸ਼ੀਆ ਨੇ ਫ੍ਰੈਂਚ ਨੂੰ ਹਰਾਇਆ ਸੀ ਵਾਟਰਲੂ ਵਿੱਚ। ਵਾਟਰਲੂ ਦੀ ਇੱਕ ਬੈਟਲ ਹੋਈ ਸੀ, ਉਸ ਵਿੱਚ ਪ੍ਰੂਸ਼ੀਆ ਨੇ ਫਰਾਂਸ ਨੂੰ ਹਰਾ ਦਿੱਤਾ ਸੀ ਅਤੇ ਹਿਸਟਰੀ ਟੀਚਰ ਉਸ ਨੂੰ ਕੀ ਪੁੱਛ ਰਹੇ ਹਨ ਅਲਬਰਟ ਆਇਨਸਟਾਈਨ ਨੂੰ ਕਿ ਉਹ ਕਿਹੜਾ ਸਾਲ ਸੀ। ਆਈ ਡੋਂਟ ਨੋ ਸਰ, ਮੈਂ ਨਹੀਂ ਜਾਣਦਾ ਸਰ। ਵਾਈ ਡੋਂਟ ਯੂ ਨੋ, ਤੁਸੀਂ ਕਿਉਂ ਨਹੀਂ ਜਾਣਦੇ। ਯੂ ਹੈਵ ਬੀਨ ਟੋਲਡ ਇਟ ਆਫਨ ਇਨਫ, ਤੁਹਾਨੂੰ ਕਈ ਵਾਰ ਇਸ ਬਾਰੇ ਦੱਸਿਆ ਗਿਆ ਹੈ। I must have forgotten, ਸਰ ਮੈਂ ਭੁੱਲ ਗਿਆ ਹਾਂ। Did you ever try to learn, ਕੀ ਤੂੰ ਕਦੇ ਯਾਦ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ। Asked Mr. Brown. Mr. Brown ਅਲਬਰਟ ਦੇ ਹਿਸਟਰੀ ਟੀਚਰ ਹਨ, ਉਹ ਪੁੱਛਦੇ ਹਨ ਕਿ ਤੂੰ ਕਦੇ ਯਾਦ ਰੱਖਣ ਦੀ ਵੀ ਕੋਸ਼ਿਸ਼ ਕਰਦਾ ਹੈ। No sir, ਨਹੀਂ ਸ਼੍ਰੀਮਾਨ ਜੀ, ਅਲਬਰਟ replied with his usual unthinking honesty. ਬਿਨਾਂ ਸੋਚੇ ਸਮਝੇ honesty, ਇਮਾਨਦਾਰੀ ਨਾਲ ਉਹ ਕੀ ਹੈ ਰਿਪਲਾਈ ਦਿੰਦਾ ਹੈ ਅਲਬਰਟ, ਨਹੀਂ ਸਰ ਮੈਂ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕਰਦਾ। Why not? क्यों नहीं? I can't see any point in learning dates. ਅਲਬਰਟ ਕੀ ਆਂਸਰ ਦਿੰਦਾ ਹੈ ਕਿ ਮੈਂ ਡੇਟਸ ਯਾਦ ਕਰਨ ਦੇ ਵਿੱਚ ਕੋਈ ਪੁਆਇੰਟ ਮੈਨੂੰ ਨਜ਼ਰ ਨਹੀਂ ਆਉਂਦਾ। One can always look them up in a book. ਕੋਈ ਵੀ ਵਿਅਕਤੀ ਇਹਨਾਂ ਨੂੰ ਬੁੱਕਸ ਦੇ ਵਿੱਚੋਂ ਜਦੋਂ ਮਰਜ਼ੀ ਵੇਖ ਸਕਦਾ ਹੈ, ਫਿਰ ਇਹ ਡੇਟਸ ਕਿਉਂ ਯਾਦ ਕਰਨੀਆਂ ਹਨ। Mr. Brown was speechless for a few moments. ਕੁਝ ਪਲਾਂ ਦੇ ਲਈ ਮਿਸਟਰ ਬਰਾਊਨ ਬਿਲਕੁਲ ਸ਼ਾਂਤ ਹੋ ਜਾਂਦੇ ਹਨ, ਚੁੱਪ ਹੋ ਜਾਂਦੇ ਹਨ, ਉਹਨਾਂ ਕੋਲ ਕੋਈ ਸ਼ਬਦ ਹੀ ਨਹੀਂ ਸਨ। ਯੂ ਅਮੇਜ਼ ਮੀ ਆਇਨਸਟਾਈਨ, ਤੁਸੀਂ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ ਆਇਨਸਟਾਈਨ, ਹੀ ਸੈਡ ਐਟ ਲਾਸਟ। ਟੀਚਰ ਕੀ ਬੋਲਦੇ ਹਨ, ਆਇਨਸਟਾਈਨ ਤੁਸੀਂ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ ਇਹ ਗੱਲ ਕਹਿ ਕੇ। ਡੋਂਟ ਯੂ ਰਿਅਲਾਈਜ਼ that one can always look most things up in books? ਕੀ ਤੂੰ ਇਹ ਮਹਿਸੂਸ ਨਹੀਂ ਕਰਦਾ ਕਿ ਬਹੁਤੀਆਂ ਚੀਜ਼ਾਂ ਵਿਅਕਤੀ ਬੁੱਕਸ ਵਿੱਚੋਂ ਹੀ ਵੇਖ ਹੀ ਸਕਦਾ ਹੈ। That applies to all the facts you learn at school. ਇਹ ਗੱਲ ਤਾਂ ਉਹਨਾਂ ਸਾਰੀਆਂ ਗੱਲਾਂ ਉੱਤੇ ਹੀ ਅਪਲਾਈ ਹੁੰਦੀ ਹੈ ਜੋ ਤੁਸੀਂ ਸਕੂਲ ਵਿੱਚ ਸਿੱਖਦੇ ਹੋ। Yes sir, ਹਾਂ ਸ਼੍ਰੀਮਾਨ। Then I suppose you don't see any point in learning facts. ਤਾਂ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਤੁਸੀਂ ਕੋਈ ਵੀ ਫੈਕਟਸ ਸਿੱਖਣ ਦੇ ਵਿੱਚ ਤੁਹਾਨੂੰ ਕੋਈ ਪੁਆਇੰਟ ਹੀ ਨਜ਼ਰ ਨਹੀਂ ਆਉਂਦਾ। Frankly, sir, I don't, said Albert. ਅਲਬਰਟ ਬੜਾ ਹੀ ਫਰੈਂਕਲੀ ਤਰੀਕੇ ਦੇ ਨਾਲ ਕੀ ਕਹਿੰਦਾ ਹੈ, ਹਾਂ ਸ਼੍ਰੀਮਾਨ ਜੀ ਮੈਨੂੰ ਕੋਈ ਪੁਆਇੰਟ ਨਜ਼ਰ ਨਹੀਂ ਆਉਂਦਾ ਕਿ ਫੈਕਟ ਯਾਦ ਕੀਤੇ ਜਾਣ। Then you don't believe in education at all? ਟੀਚਰ ਕੀ ਪੁੱਛਦੇ ਹਨ, ਫਿਰ ਤਾਂ ਤੂੰ ਐਜੂਕੇਸ਼ਨ ਵਿੱਚ ਵੀ ਵਿਸ਼ਵਾਸ ਨਹੀਂ ਰੱਖਦਾ। Oh yes sir, I do. ਹਾਂ ਸ਼੍ਰੀਮਾਨ ਜੀ ਮੈਂ ਰੱਖਦਾ ਹਾਂ, ਐਜੂਕੇਸ਼ਨ ਵਿੱਚ ਮੈਨੂੰ ਵਿਸ਼ਵਾਸ ਹੈ। I don't think learning facts is education. ਪਰ ਮੈਂ ਇਹ ਨਹੀਂ ਸੋਚਦਾ ਕਿ ਫੈਕਟਸ ਨੂੰ ਯਾਦ ਕਰਨਾ, ਡੇਟਸ ਨੂੰ ਯਾਦ ਕਰਨਾ ਐਜੂਕੇਸ਼ਨ ਹੈ। In that case, said the history teacher with heavy sarcasm. ਬਹੁਤ ਹੀ ਇੱਕ ਵਿਅੰਗ ਵਾਲੇ ਤਰੀਕੇ ਦੇ ਨਾਲ ਹਿਸਟਰੀ ਟੀਚਰ ਉਸ ਨੂੰ ਕੀ ਕਹਿੰਦੇ ਹਨ, perhaps you will be so kind as to tell the class the Einstein theory of education. ਸ਼ਾਇਦ ਤੁਸੀਂ ਹੁਣ ਸਾਨੂੰ ਦੱਸੋਗੇ ਕਿ ਆਇਨਸਟਾਈਨ ਦੀ ਆਪਣੀ ਕੀ ਥਿਊਰੀ ਹੈ ਐਜੂਕੇਸ਼ਨ ਦੇ ਬਾਰੇ। ਆਇਨਸਟਾਈਨ ਨੂੰ ਕੀ ਕਹਿੰਦੇ ਹਨ ਕਿ ਤੁਸੀਂ ਆਪਣੀ ਥਿਊਰੀ ਦੱਸੋ ਐਜੂਕੇਸ਼ਨ ਦੇ ਬਾਰੇ, ਤੁਹਾਡੀ ਕੀ ਥਿਊਰੀ ਹੈ। ਅਲਬਰਟ ਫਲਸ਼ਡ, ਅਲਬਰਟ ਇਹ ਗੱਲ ਸੁਣ ਕੇ ਥੋੜਾ ਸ਼ਰਮਾ ਜਾਂਦਾ ਹੈ। I think it is not fact that matter but ideas, he said. ਅਲਬਰਟ ਕੀ ਕਹਿੰਦਾ ਹੈ, ਮੇਰੇ ਅਨੁਸਾਰ ਇਹ ਫੈਕਟਸ ਨਹੀਂ ਹਨ ਜੋ ਐਜੂਕੇਸ਼ਨ ਹਨ, ਜੋ ਸਿੱਖਣੇ ਚਾਹੀਦੇ ਹਨ, ਇਹ ਮੈਟਰ ਨਹੀਂ ਕਰਦੇ। ਹਾਂ ਪਰ ਆਈਡੀਆਜ਼ ਮੈਟਰ ਕਰਦੇ ਹਨ, ਆਈਡੀਆਜ਼ ਜ਼ਰੂਰ ਸਿੱਖਣੇ ਚਾਹੀਦੇ ਹਨ।
I don't see point in learning the dates of battles or even which of the armies killed more men. ਮੈਂ ਇਸ ਗੱਲ ਵਿੱਚ ਕੋਈ ਪੁਆਇੰਟ ਨਹੀਂ ਦੇਖਦਾ ਕਿ ਬੈਟਲਸ ਦੀਆਂ ਡੇਟਸ ਯਾਦ ਰੱਖੀਆਂ ਜਾਣ। ਹਾਂ, ਬਲਕਿ ਇਹ ਵੀ ਇਸ ਗੱਲ ਵਿੱਚ ਵੀ ਕੋਈ ਯਾਦ ਰੱਖਣ ਵਾਲਾ ਪੁਆਇੰਟ ਨਹੀਂ ਹੈ ਕਿ ਕਿਸ ਆਰਮੀ ਨੇ ਕਿੰਨੇ ਵਿਅਕਤੀਆਂ ਨੂੰ ਮਾਰਿਆ। I would be more interested in learning why those soldiers were trying to kill each other. ਮੈਂ ਇਸ ਗੱਲ ਵਿੱਚ ਜ਼ਿਆਦਾ ਇੰਟਰਸਟ ਦਿਖਾਵਾਂਗਾ ਕਿ ਉਹ ਜੋ ਸਿਪਾਹੀ ਸਨ ਇੱਕ ਦੂਜੇ ਨੂੰ ਕਿਉਂ ਮਾਰ ਰਹੇ ਸਨ। That's enough. Mr. Brown's eyes were cold and cruel. ਕਾਫੀ ਹੋ ਗਿਆ। ਮਿਸਟਰ ਬਰਾਊਨ ਦੀਆਂ ਅੱਖਾਂ ਵਿੱਚ ਗੁੱਸਾ ਸੀ ਅਤੇ ਉਹ ਕਾਫੀ ਕਰਿਊਲ ਦਿਖਾਈ ਦੇ ਰਹੇ ਸਨ। We don't want a lecture from you, Einstein. ਅਸੀਂ ਤੁਹਾਡੇ ਵੱਲੋਂ ਕੋਈ ਲੈਕਚਰ ਨਹੀਂ ਚਾਹੁੰਦੇ ਆਇਨਸਟਾਈਨ। You will stay in for an extra period today. ਤੁਹਾਨੂੰ ਅੱਜ ਇੱਕ ਐਕਸਟਰਾ ਪੀਰੀਅਡ ਸਕੂਲ ਵਿੱਚ ਰੁਕਣਾ ਪਵੇਗਾ। Although I don't imagine it will do much good. ਭਾਵੇਂ ਮੈਂ ਇਹ ਕਲਪਨਾ ਨਹੀਂ ਕਰਦਾ ਕਿ ਇਸ ਦਾ ਕੋਈ ਫਾਇਦਾ ਹੋਵੇਗਾ। It will do the school any good either. ਨਾ ਹੀ ਇਹ ਸਕੂਲ ਨੂੰ ਕੋਈ ਫਾਇਦਾ ਹੋਵੇਗਾ ਇਸ ਗੱਲ ਦਾ। ਪਰ ਤੁਸੀਂ ਅੱਜ ਇੱਕ ਪੀਰੀਅਡ ਜ਼ਿਆਦਾ ਰੁਕੋਗੇ। You are a disgrace. ਤੁਸੀਂ ਇੱਕ ਧੱਬਾ ਹੋ। I don't know why you continue to come. ਮੈਂ ਨਹੀਂ ਜਾਣਦਾ ਕਿ ਤੁਸੀਂ ਕੰਟੀਨਿਊ ਕਿਉਂ ਆ ਰਹੇ ਹੋ ਇੱਥੇ। It is not my wish, sir. ਇਹ ਮੇਰੀ ਇੱਛਾ ਨਹੀਂ ਹੈ ਸ਼੍ਰੀਮਾਨ ਜੀ, ਅਲਬਰਟ pointed out. ਅਲਬਰਟ ਨੇ ਕਿਹਾ। Then you are an ungrateful boy and ought to be ashamed of yourself. ਟੀਚਰ ਕੀ ਕਹਿੰਦੇ ਹਨ? ਤੂੰ ਇੱਕ ਅਨਗ੍ਰੇਟਫੁਲ ਲੜਕਾ ਹੈ ਅਤੇ ਤੈਨੂੰ ਆਪਣੇ ਆਪ ਉੱਪਰ ਸ਼ਰਮ ਆਉਣੀ ਚਾਹੀਦੀ ਹੈ। I suggest you ask your father to take you away. ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਆਪਣੇ ਪਿਤਾ ਨੂੰ ਕਹੋ ਕਿ ਤੁਹਾਨੂੰ ਇੱਥੋਂ ਲੈ ਜਾਣ। ਅਲਬਰਟ felt miserable. ਅਲਬਰਟ ਬਹੁਤ ਹੀ ਦੁਖੀ ਮਹਿਸੂਸ ਕਰਦਾ ਹੈ when he left school that afternoon. ਜਦ ਉਸ ਬਾਅਦ ਦੁਪਹਿਰ ਉਹ ਸਕੂਲ ਤੋਂ ਵਾਪਸ ਆ ਰਿਹਾ ਸੀ, ਬੜਾ ਹੀ ਦੁਖੀ ਸੀ ਅਲਬਰਟ। Not that it had been a bad day. ਇਸ ਗੱਲ ਕਰਕੇ ਨਹੀਂ ਕਿ ਉਹ ਇੱਕ ਬੁਰਾ ਦਿਨ ਸੀ। Most days were bad now. ਅੱਜ ਕੱਲ੍ਹ ਤਾਂ ਬਹੁਤੇ ਦਿਨ ਬੁਰੇ ਹੀ ਹੁੰਦੇ ਸਨ। Anyway, but because he had to go back to the hateful place the next morning. ਦੁਖੀ ਉਹ ਇਸ ਗੱਲ ਕਰਕੇ ਸੀ ਕਿ ਅਗਲੀ ਸਵੇਰ ਵੀ ਉਸਨੂੰ ਇਸੇ ਹੇਟਫੁਲ ਜਗ੍ਹਾ ਦੇ ਉੱਤੇ ਵਾਪਸ ਆਉਣਾ ਪੈਣਾ ਸੀ। He only wished his father would take him away. ਉਸਦੀ ਇੱਕੋ ਇੱਕ ਇੱਛਾ ਸੀ ਕਿ ਉਸਦੇ ਪਿਤਾ ਜੀ ਉਸਨੂੰ ਉੱਥੋਂ ਲੈ ਜਾਣ। But there was no point in even asking. ਪਰ ਪਿਤਾ ਨੂੰ ਪੁੱਛਣ ਦਾ ਵੀ ਕੋਈ ਫਾਇਦਾ ਨਹੀਂ ਸੀ, ਇਸ ਗੱਲ ਵਿੱਚ ਵੀ ਕੋਈ ਪੁਆਇੰਟ ਨਹੀਂ ਸੀ। He knew what the answer would be. ਕਿਉਂਕਿ ਆਇਨਸਟਾਈਨ ਜਾਣਦਾ ਸੀ ਕਿ ਆਨਸਰ ਕੀ ਹੋਵੇਗਾ। He would have to stay until he had taken his diploma. ਉਸਨੂੰ ਰੁਕਣਾ ਹੀ ਪੈਣਾ ਸੀ ਜਦ ਤੱਕ ਉਸਦਾ ਡਿਪਲੋਮਾ ਪੂਰਾ ਨਹੀਂ ਹੋ ਜਾਂਦਾ ਸੀ। Going back to his lodging did not cheer him up. ਘਰ ਵੱਲ ਜਾਂਦਿਆਂ ਵੀ ਉਹ ਖੁਸ਼ ਨਹੀਂ ਹੁੰਦਾ ਸੀ। His father had too little money to spare that Albert had been found a room in one of the poorest quarters of Munich. ਉਸਦੇ ਪਿਤਾ ਦੇ ਕੋਲ ਬਹੁਤ ਥੋੜੇ ਪੈਸੇ ਸਨ, ਜਿਸ ਦੇ ਨਾਲ ਉਸਨੇ ਅਲਬਰਟ ਨੂੰ ਇੱਕ ਛੋਟਾ ਜਿਹਾ ਰੂਮ ਪ੍ਰੋਵਾਈਡ ਕਰਵਾ ਦਿੱਤਾ ਸੀ ਇੱਕ ਪੂਅਰੈਸਟ ਕੁਆਟਰਸ ਦੇ ਵਿੱਚ, ਜੋ ਕਿ ਮੁਨਿਚ ਦੇ ਪੂਅਰੈਸਟ ਕੁਆਟਰ ਸਨ, ਜਿੱਥੇ ਗਰੀਬ ਲੋਕ ਰਹਿੰਦੇ ਸਨ। ਬੜੇ ਹੀ ਮਾੜੀ ਹਾਲਤ ਵਿੱਚ ਉੱਥੇ ਮਕਾਨ ਸਨ, ਕੁਆਟਰ ਸਨ, ਅਤੇ ਅਲਬਰਟ ਦੇ ਫਾਦਰ ਨੇ ਉੱਥੇ ਅਲਬਰਟ ਨੂੰ ਇੱਕ ਰੂਮ ਦਵਾਇਆ ਹੋਇਆ ਸੀ। He did not mind the bad food and lack of comfort. ਇਸ ਗੱਲ ਕਰਕੇ ਵੀ ਅਲਬਰਟ ਜ਼ਿਆਦਾ ਕੋਈ ਮਾਈਂਡ ਨਹੀਂ ਕਰਦਾ ਸੀ। ਉੱਥੇ ਫੂਡ ਵੀ ਚੰਗਾ ਨਹੀਂ ਸੀ ਅਤੇ ਆਰਾਮਦਾਇਕ ਪਲੇਸ ਵੀ ਉਹ ਨਹੀਂ ਸੀ। ਫਿਰ ਵੀ ਅਲਬਰਟ ਬਹੁਤਾ ਬੁਰਾ ਮਹਿਸੂਸ ਨਹੀਂ ਕਰਦਾ ਸੀ। ਔਰ ਈਵਨ ਦਾ ਡਰਟ ਐਂਡ ਸਕੁਐਲਰ, ਉੱਥੇ ਡਰਟ ਸੀ, ਧੂੜ ਮਿੱਟੀ ਸੀ, ਗੰਦਗੀ ਸੀ। ਬਟ ਹੀ ਹੇਟਡ ਦਾ ਐਟਮੋਸਫੀਅਰ ਆਫ ਸਲਮ ਵਾਇਲੈਂਸ। ਪਰ ਅਲਬਰਟ ਆਇਨਸਟਾਈਨ ਸਲਮ ਏਰੀਆ ਦੇ ਉੱਥੋਂ ਦੇ ਵਾਇਲੈਂਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਉੱਥੇ ਜੋ ਹਿੰਸਕ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਸੀ, ਉਸ ਤੋਂ ਉਹ ਜ਼ਿਆਦਾ ਪਰੇਸ਼ਾਨ ਸੀ। ਹਿਸ ਲੈਂਡਲੇਡੀ ਬੀਟ ਹਰ ਚਿਲਡਰਨ ਰੈਗੂਲਰਲੀ। ਉਸਦੀ ਜੋ ਲੈਂਡਲੇਡੀ ਸੀ ਉਹ ਆਪਣੇ ਬੱਚਿਆਂ ਨੂੰ ਰੈਗੂਲਰਲੀ ਕੁੱਟਦੀ ਰਹਿੰਦੀ ਸੀ। ਐਂਡ ਐਵਰੀ ਸੈਚਰਡੇ ਹਰ ਹਸਬੈਂਡ ਕੇਮ ਡਰੰਕ ਐਂਡ ਬੀਟ ਹਰ। ਅਤੇ ਹਰ ਸੈਚਰਡੇ ਨੂੰ ਉਸਦਾ ਪਤੀ ਆਉਂਦਾ ਅਤੇ ਆਪਣੀ ਪਤਨੀ ਨੂੰ ਕੁੱਟਦਾ। ਉਹ ਬੱਚਿਆਂ ਨੂੰ ਕੁੱਟਦੀ ਰਹਿੰਦੀ ਸੀ ਅਤੇ ਉਸਦਾ ਪਤੀ ਹਰ ਸੈਚਰਡੇ ਉਸ ਨੂੰ ਕੁੱਟਦਾ। But at least you have a room of your own, which is more than I can say, said Yuri. ਯੂਰੀ ਕੌਣ ਹੈ? ਅਲਬਰਟ ਆਇਨਸਟਾਈਨ ਦਾ ਇੱਕ ਫਰੈਂਡ ਹੈ। ਅਲਬਰਟ ਨੂੰ ਉਹ ਕੀ ਕਹਿੰਦਾ ਹੈ, ਚਲੋ ਤੁਹਾਡੇ ਕੋਲ ਇੱਕ ਰੂਮ ਤਾਂ ਹੈ ਨਾ, ਘੱਟੋ ਘੱਟ ਇੱਕ ਰੂਮ ਤਾਂ ਹੈ ਰਹਿਣ ਲਈ, ਇਸ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ ਹਾਂ। ਵੈਨ ਹੀ ਕਾਲਡ ਰਾਉਂਡ ਇਨ ਦਾ ਈਵਨਿੰਗ, ਜਦ ਉਹ ਸ਼ਾਮ ਨੂੰ ਅਲਬਰਟ ਆਇਨਸਟਾਈਨ ਨੂੰ ਮਿਲਿਆ ਤਾਂ ਇਹ ਗੱਲ ਉਸਨੇ ਅਲਬਰਟ ਆਇਨਸਟਾਈਨ ਨੂੰ ਕਹੀ।
At least you live among civilized human beings, even if they are all poor students, said Albert. ਅਲਬਰਟ ਕੀ ਕਹਿੰਦਾ ਹੈ, ਤੁਸੀਂ ਇੱਕ ਸਿਵਲਾਈਜ਼ਡ ਹਿਊਮਨ ਬੀਇੰਗਸ ਵਿੱਚ ਤਾਂ ਰਹਿੰਦੇ ਹੋ ਨਾ, ਸੱਭਿਅਕ ਲੋਕਾਂ ਵਿੱਚ ਤਾਂ ਰਹਿੰਦੇ ਹੋ, ਭਾਵੇਂ ਦੀ ਉਹ ਗਰੀਬ ਸਟੂਡੈਂਟਸ ਹੀ ਹਨ। ਅਲਬਰਟ ਯੂਰੀ ਨੂੰ ਇਹ ਗੱਲ ਕਹਿ ਰਿਹਾ ਹੈ। ਦੇ ਆਰ ਨਾਟ ਆਲ ਸਿਵਲਾਈਜ਼ਡ, ਯੂਰੀ ਰਿਪਲਾਈਡ। ਯੂਰੀ ਕੀ ਰਿਪਲਾਈ ਕਰਦਾ ਹੈ, ਉਹ ਸਾਰੇ ਸਿਵਲਾਈਜ਼ਡ ਨਹੀਂ ਹਨ, ਸੱਭਿਅਕ ਨਹੀਂ ਹਨ ਜਿਨ੍ਹਾਂ ਵਿੱਚ ਮੈਂ ਰਹਿੰਦਾ ਹਾਂ। Did you not hear that one of them was killed last week in a duel? ਕੀ ਤੂੰ ਨਹੀਂ ਸੁਣਿਆ ਕਿ ਉਹਨਾਂ ਵਿੱਚੋਂ ਇੱਕ ਪਿਛਲੇ ਹਫਤੇ ਮਾਰ ਦਿੱਤਾ ਗਿਆ ਸੀ ਇੱਕ ਦਵੰਦ ਯੁੱਧ ਦੇ ਵਿੱਚ। ਡਿਊਲ ਕੀ ਹੁੰਦਾ, ਜਦ ਦੋ ਪਰਸਨ ਲੜਦੇ ਹਨ ਤਾਂ ਉਸਨੂੰ ਡਿਊਲ ਕਹਿ ਦਿੰਦੇ ਹਨ। ਤਾਂ ਯੂਰੀ ਉਸਨੂੰ ਦੱਸਦਾ ਹੈ ਕਿ ਤੂੰ ਨਹੀਂ ਸੁਣਿਆ ਕਿ ਪਿਛਲੇ ਹਫਤੇ ਉਹਨਾਂ ਵਿੱਚੋਂ ਇੱਕ ਨੂੰ ਮਾਰ ਦਿੱਤਾ ਗਿਆ ਸੀ। ਐਂਡ ਵਟ ਹੈਪਨਸ ਟੂ ਵਨ ਹੂ ਕਿਲਡ ਹਿਮ? ਅਲਬਰਟ ਆਇਨਸਟਾਈਨ ਪੁੱਛਦਾ ਤੇ ਉਸ ਵਿਅਕਤੀ ਦਾ ਕੀ ਹੋਇਆ ਜਿਸ ਨੇ ਉਸਨੂੰ ਮਾਰਿਆ ਸੀ? ਨਥਿੰਗ, ਆਫ ਕੋਰਸ, ਕੁਝ ਵੀ ਨਹੀਂ। ਹੀ ਇਜ਼ ਈਵਨ ਪ੍ਰਾਊਡ ਆਫ ਇਟ, ਉਹ ਤਾਂ ਆਪਣੀ ਕੰਮ ਦੇ ਉੱਤੇ ਮਾਣ ਮਹਿਸੂਸ ਕਰ ਰਿਹਾ ਹੈ। ਹਿਜ਼ ਓਨਲੀ ਵਰੀ ਇਜ਼ ਦੈਟ ਦ ਅਥਾਰਟੀਜ਼ ਹੈਵ ਟੋਲਡ ਹਿਮ ਨਾਟ ਟੂ ਫਾਈਟ ਐਨੀ ਮੋਰ ਡਿਊਲਸ। ਉਹ ਤਾਂ ਇਸ ਗੱਲ ਕਰਕੇ ਦੁਖੀ ਹੈ ਕਿ ਅਥਾਰਟੀਜ਼ ਨੇ ਉਸਨੂੰ ਕਹਿ ਦਿੱਤਾ ਹੈ ਕਿ ਇਸ ਤੋਂ ਬਾਅਦ ਕੋਈ ਲੜਾਈ ਨਹੀਂ ਕਰਨੀ ਹੈ। He is upset about this because he has not a single scar on his face. ਉਹ ਤਾਂ ਇਸ ਗੱਲ ਕਰਕੇ ਅਪਸੈਟ ਹੈ ਕਿ ਉਸਦੇ ਚਿਹਰੇ ਦੇ ਉੱਤੇ ਇਸ ਲੜਾਈ ਦਾ ਇੱਕ ਵੀ ਨਿਸ਼ਾਨ ਨਹੀਂ ਹੈ। To wear for the rest of his life as a badge of honor, ਆਪਣੇ ਚਿਹਰੇ ਦੇ ਉੱਤੇ ਉਹ ਇੱਕ ਨਿਸ਼ਾਨ ਰੱਖਣਾ ਚਾਹੁੰਦਾ ਸੀ, ਆਪਣੇ ਆਉਣ ਵਾਲੇ ਜੀਵਨ ਦੇ ਵਿੱਚ ਲੋਕਾਂ ਨੂੰ ਦਿਖਾਉਣ ਦੇ ਲਈ ਇੱਕ ਮਾਣ ਵਾਲੇ ਇੱਕ ਬੈਜ ਦੀ ਤਰ੍ਹਾਂ, ਇੱਕ ਮੈਡਲ ਦੀ ਤਰ੍ਹਾਂ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਇੱਕ ਲੜਾਈ ਲੜੀ ਸੀ ਜਿਸ ਵਿੱਚ ਮੈਂ ਕਿਸੇ ਨੂੰ ਮਾਰ ਦਿੱਤਾ ਸੀ। ਉਹ ਤਾਂ ਇੱਕ ਮੈਡਲ ਦੇ ਤੌਰ ਤੇ ਇਸ ਨਿਸ਼ਾਨ ਨੂੰ ਆਪਣੇ ਚਿਹਰੇ ਉੱਤੇ ਰੱਖਣਾ ਚਾਹੁੰਦਾ ਸੀ ਅਤੇ ਉਹ ਦੁਖੀ ਹੈ ਕਿ ਉਸਦੇ ਚਿਹਰੇ ਉੱਤੇ ਕੋਈ ਨਿਸ਼ਾਨ ਹੀ ਨਹੀਂ ਆਇਆ। ਐਕਸਕਲੇਮਡ ਅਲਬਰਟ, ਅਲਬਰਟ ਬੜਾ ਦੁਖੀ ਹੋ ਕੇ ਕਹਿੰਦਾ ਹੈ। ਐਂਡ ਥੀਸ ਆਰ ਦਾ ਸਟੂਡੈਂਟਸ, ਇਹ ਸਟੂਡੈਂਟਸ ਹਨ। ਵੈਲ ਯੂ ਵਿਲ ਬੀ ਅ ਸਟੂਡੈਂਟ ਵਨ ਡੇ, ਸੈਡ ਯੂਰੀ। ਹਾਂ, ਤੂੰ ਵੀ ਇੱਕ ਦਿਨ ਸਟੂਡੈਂਟ ਬਣੇਗਾ, ਯੂਰੀ ਨੇ ਕਿਹਾ। ਆਈ ਡਾਊਟ ਇਟ, ਮੈਨੂੰ ਸ਼ੱਕ ਹੈ ਇਹ, ਸੈਡ ਅਲਬਰਟ ਗਲਮਲੀ। ਬੜਾ ਉਦਾਸੀ ਦੇ ਨਾਲ ਅਲਬਰਟ ਕੀ ਕਹਿੰਦਾ ਹੈ, ਮੈਨੂੰ ਸ਼ੱਕ ਹੈ ਕਿ ਸ਼ਾਇਦ ਮੈਂ ਸਟੂਡੈਂਟ ਬਣਾਵਾਂਗਾ ਵੀ ਕਿ ਨਹੀਂ। ਆਈ ਡੋਂਟ ਥਿੰਕ ਆਈ ਵਿਲ ਐਵਰ ਪਾਸ ਦਾ ਐਗਜ਼ਾਮਸ ਫॉर ਦਾ ਸਕੂਲ ਡਿਪਲੋਮਾ। ਮੈਂ ਨਹੀਂ ਸੋਚਦਾ ਕਿ ਮੈਂ ਕਦੇ ਪਾਸ ਕਰ ਲਵਾਂਗਾ ਐਗਜ਼ਾਮਸ ਨੂੰ, ਸਕੂਲ ਡਿਪਲੋਮਾ ਦੇ ਜੋ ਐਗਜ਼ਾਮਸ ਹੋਣਗੇ ਮੈਂ ਉਹਨਾਂ ਵਿੱਚੋਂ ਪਾਸ ਹੋ ਜਾਵਾਂਗਾ। ਹੀ ਟੋਲਡ ਹਿਸ ਕਜ਼ਨ ਐਲਜ਼ਾ ਦ ਸੇਮ ਨੈਕਸਟ ਟਾਈਮ ਸ਼ੀ ਕੇਮ ਟੂ ਮੁਨਿਚ। ਇਹੀ ਗੱਲ ਐਲਬਰਟ ਨੇ ਆਪਣੀ ਕਜ਼ਨ ਐਲਜ਼ਾ ਨੂੰ ਵੀ ਕਹੀ ਸੀ ਜਦ ਉਹ ਮੁਨਿਚ ਆਈ ਸੀ। ਨਾਰਮਲੀ ਸ਼ੀ ਲਿਵਡ ਇਨ ਬਰਲਿਨ, ਨਾਰਮਲੀ ਉਹ ਕਿੱਥੇ ਰਹਿੰਦੀ ਸੀ? ਬਰਲਿਨ ਵਿੱਚ। ਵੇਅਰ ਹਰ ਫਾਦਰ ਹੈਡ ਅ ਬਿਜ਼ਨਸ, ਜਿੱਥੇ ਉਸਦੇ ਪਿਤਾ ਦਾ ਇੱਕ ਬਿਜ਼ਨਸ ਸੀ। ਆਈ ਐਮ ਸ਼ੋਰ ਯੂ ਕੁਡ ਲਰਨ ਇਨਫ ਟੂ ਪਾਸ ਦਾ ਐਗਜ਼ਾਮ ਅਲਬਰਟ। ਉਸਨੇ ਕੀ ਕਿਹਾ ਸੀ? ਮੈਨੂੰ ਪੱਕਾ ਹੈ ਕਿ ਤੂੰ ਕਾਫੀ ਸਿੱਖ ਸਕਦਾ ਹੈ, ਪਾਸ ਹੋ ਸਕਦਾ ਹੈ ਐਗਜ਼ਾਮ ਦੇ ਵਿੱਚੋਂ ਅਲਬਰਟ। ਇਫ ਯੂ ਟਰਾਈਡ, ਸ਼ੀ ਸੈਡ, ਉਸਨੇ ਕਿਹਾ ਸੀ ਜੇਕਰ ਤੂੰ ਕੋਸ਼ਿਸ਼ ਕਰੇ ਤਾਂ ਤੂੰ ਐਗਜ਼ਾਮ ਦੇ ਵਿੱਚੋਂ ਪਾਸ ਹੋ ਸਕਦਾ ਹੈ। ਆਈ ਨੋ ਲੋਟਸ ਆਫ ਬॉयਜ਼ ਹੂ ਆਰ ਮਚ ਮੋਰ ਸਟੂਪਿਡ ਦੈਨ ਯੂ ਆਰ। ਮੈਂ ਇਹੋ ਜਿਹੇ ਬਹੁਤ ਸਾਰੇ ਲੜਕਿਆਂ ਨੂੰ ਜਾਣਦੀ ਹਾਂ ਜੋ ਤੇਰੇ ਨਾਲੋਂ ਵੀ ਮੂਰਖ ਹਨ। who get through, ਜੋ ਪਾਸ ਹੋ ਜਾਂਦੇ ਹਨ। they say you don't have to know anything, ਉਹ ਕੀ ਕਹਿੰਦੇ ਹਨ ਕਿ ਤੁਹਾਨੂੰ ਜ਼ਿਆਦਾ ਕੁਝ ਸਿੱਖਣ ਦੀ ਜ਼ਰੂਰਤ ਨਹੀਂ ਹੈ। you don't have to understand what you are taught, ਤੁਹਾਨੂੰ ਉਹ ਸਮਝਣ ਦੀ ਵੀ ਜ਼ਰੂਰਤ ਨਹੀਂ ਹੈ ਜੋ ਤੁਹਾਨੂੰ ਪੜ੍ਹਾਇਆ ਜਾਂਦਾ ਹੈ। just be able to repeat it in the exam, ਬਸ ਉਹ ਸਭ ਨੂੰ ਐਗਜ਼ਾਮ ਦੇ ਵਿੱਚ ਰਿਪੀਟ ਕਰ ਦਿਓ। That is the whole trouble, said Albert. ਅਲਬਰਟ ਕੀ ਕਹਿੰਦਾ ਹੈ, ਇਹੀ ਤਾਂ ਪ੍ਰੋਬਲਮ ਹੈ। I am no good at learning things by heart. ਮੈਂ ਕਿਸੇ ਵੀ ਚੀਜ਼ ਨੂੰ ਰੱਟਾ ਨਹੀਂ ਲਗਾ ਸਕਦਾ, ਦਿਲੋਂ ਕਿਸੇ ਚੀਜ਼ ਨੂੰ ਮੈਂ ਰੱਟਾ ਨਹੀਂ ਲਗਾ ਸਕਦਾ। You don't need to be good at it. ਤੁਹਾਨੂੰ ਇਸ ਬਾਰੇ ਕੋਈ ਚੰਗਾ ਹੋਣ ਦੀ ਜ਼ਰੂਰਤ ਨਹੀਂ ਹੈ। Anyone can learn like a parrot. ਹੁਣ ਉਸਦੀ ਜੋ ਕਜ਼ਨ ਹੈ ਐਲਜ਼ਾ, ਉਹ ਕੀ ਕਹਿ ਰਹੀ ਹੈ, ਤੁਹਾਨੂੰ ਰੱਟਾ ਲਗਾਉਣ ਦੀ ਜ਼ਰੂਰਤ ਨਹੀਂ, ਇੰਨਾ ਚੰਗੇ ਹੋਣ ਦੀ ਜ਼ਰੂਰਤ ਨਹੀਂ, ਸਿਰਫ anyone can learn like a parrot, ਬਸ ਇੱਕ ਤੋਤੇ ਦੀ ਤਰ੍ਹਾਂ ਰੱਟ ਲਓ। you just don't try, ਤੁਸੀਂ ਬਸ ਟਰਾਈ ਹੀ ਨਹੀਂ ਕਰਦੇ। and yet I always see you with a book under your arm, added ਐਲਜ਼ਾ ਉਸਨੂੰ ਇੱਕ ਹੋਰ ਗੱਲ ਕੀ ਪੁੱਛਦੀ ਹੈ ਕਿ ਜੋ ਹਰ ਸਮੇਂ ਤੁਹਾਡੇ ਕੋਲ ਇੱਕ ਬੁੱਕ ਹੁੰਦੀ ਹੈ, ਤੁਹਾਡੀ ਬਾਂਹ ਦੇ ਥੱਲੇ ਦਬਾਈ ਹੋਈ ਹੁੰਦੀ ਹੈ। what is the one you are reading? ਉਹ ਕਿਹੜੀ ਬੁੱਕ ਹੈ ਜਿਹੜੀ ਤੁਸੀਂ ਪੜ੍ਹ ਰਹੇ ਹੋ? a book of geology, ਇਹ ਤਾਂ ਜੀਓਲੋਜੀ ਦੀ ਬੁੱਕ ਹੈ। ਜੀਓਲੋਜੀ, ਰੌਕਸ ਐਂਡ ਥਿੰਗਸ, ਚਟਾਨਾਂ ਅਤੇ ਚੀਜ਼ਾਂ। ਡੂ ਯੂ ਲਰਨ ਦੈਟ, ਕੀ ਤੁਸੀਂ ਇਹ ਪੜ੍ਹਦੇ ਹੋ? ਨੋ, ਵੀ ਹੈਵ ਹਾਰਡਲੀ ਐਨੀ ਸਾਇੰਸ ਐਟ ਸਕੂਲ, ਸਾਡੇ ਕੋਲ ਸਾਇੰਸ ਤਾਂ ਨਹੀਂ ਹੈ ਸਕੂਲ ਦੇ ਵਿੱਚ। ਦੈਨ ਵਾਈ ਯੂ ਆਰ ਸਟੱਡਿੰਗ ਇਟ, ਵਾਈ ਆਰ ਯੂ ਸਟੱਡਿੰਗ ਇਟ, ਫਿਰ ਤੁਸੀਂ ਇਹ ਕਿਉਂ ਪੜ੍ਹ ਰਹੇ ਹੋ?
बिकॉज आई लाइक इट, क्योंकि मैं पसंद करदा। आइनस्टाइन की कहता है क्योंकि मैनू ये बुक पसंद है। इज नॉट दैट अ गुड इनफ रीजन, कि इन्ना ही कारण काफ़ी नहीं है। एल्जा साइड, एल्जा एक हौंका जिहा भरदी है। यू आर राइट ऑफ कोर्स अल्बर्ट सैड शी, तुसी ठीक कह रहे हो अल्बर्ट, बट इट विल नॉट ਹੈਲਪ ਯੂਅਰ ਡਿਪਲੋਮਾ, ਪਰ ਇਹ ਬੁੱਕ ਤੁਹਾਨੂੰ ਡਿਪਲੋਮਾ ਦੇ ਵਿੱਚ ਹੈਲਪ ਨਹੀਂ ਕਰੇਗੀ। ਅਪਾਰਟ ਫਰੋਮ ਬੁੱਕਸ ਔਨ ਸਾਇੰਸ ਹਿਜ਼ ਓਨਲੀ ਕੰਫਰਟ ਵਾਜ਼ ਮਿਊਜ਼ਿਕ, ਸਾਇੰਸ ਦੀਆਂ ਬੁੱਕਸ ਤੋਂ ਇਲਾਵਾ ਇੱਕ ਹੋਰ ਜੋ ਚੀਜ਼ ਉਸਨੂੰ ਆਰਾਮ ਦਿੰਦੀ ਸੀ ਅਲਬਰਟ ਨੂੰ, ਉਹ ਕੀ ਸੀ? ਮਿਊਜ਼ਿਕ। ਐਂਡ ਹੀ ਪਲੇਡ ਹਿਜ਼ ਵਾਇਲਨ ਰੈਗੂਲਰਲੀ ਅੰਟਿਲ ਹਿਜ਼ ਲੈਂਡਲੇਡੀ ਆਸਕਡ ਹਿਮ ਟੂ ਸਟਾਪ, ਅਤੇ ਉਹ ਆਪਣੀ ਵਾਇਲਨ ਨੂੰ ਲਗਾਤਾਰ ਵਜਾਉਂਦਾ ਰਹਿੰਦਾ ਸੀ ਜਦ ਤੱਕ ਉਸਦੀ ਲੈਂਡਲੇਡੀ ਉਸਨੂੰ ਸਟਾਪ ਕਰਨ ਦੇ ਲਈ ਨਾ ਕਹਿ ਦਿੰਦੀ। that wailing gets on my nerves, she said। ਇਹ ਜੋ ਵੇਲਿੰਗ ਕੀ ਹੁੰਦਾ ਹੈ, ਉਸਨੂੰ ਕੀ ਲੱਗਦੀ ਸੀ ਲੈਂਡਲੇਡੀ ਨੂੰ? ਇਹ ਆਵਾਜ਼ ਵਾਇਲਨ ਦੀ ਕਿਸ ਤਰ੍ਹਾਂ ਲੱਗਦੀ ਸੀ? ਜਿਵੇਂ ਰੋਣ ਦੀ ਆਵਾਜ਼ ਹੋਵੇ। ਅਤੇ ਉਹ ਕੀ ਕਹਿ ਦਿੰਦੀ ਸੀ? that wailing disturb me, ਉਹ ਅਕਸਰ ਇਹ ਗੱਲ ਕਿਹਾ ਕਰਦੀ ਸੀ। there is enough noise in this house, ਇਸ ਘਰ ਵਿੱਚ ਪਹਿਲਾਂ ਹੀ ਕਾਫੀ ਰੌਲਾ ਰੱਪਾ ਹੈ। with all the kids howling, ਇਹ ਸਾਰੇ ਬੱਚੇ ਜੋ ਹਨ ਇਹ ਰੌਲਾ ਰੱਪਾ ਪਾਉਂਦੇ ਰਹਿੰਦੇ ਹਨ, ਪਹਿਲਾਂ ਹੀ ਕਾਫੀ ਰੌਲਾ ਰੱਪਾ ਹੈ। Albert was tempted to point out that most of the time it was she who made them howl। Albert ਦਾ ਬੜਾ ਮਨ ਕਰਦਾ ਇਹ ਗੱਲ ਕਹਿਣ ਦੇ ਲਈ ਕਿ ਮੈਂ ਕਹਿ ਦੇਵਾਂ ਕਿ ਉਹ ਤੁਸੀਂ ਹੀ ਹੋ ਜੋ ਕਾਰਨ ਹੋ ਇਸ ਸਾਰੇ ਰੌਲੇ ਰੱਪੇ ਦਾ, ਤੁਸੀਂ ਹੀ ਇਹ ਰੌਲਾ ਰੱਪਾ ਪਵਾਉਂਦੇ ਹੋ, ਕਿਉਂਕਿ ਉਹ ਬੱਚਿਆਂ ਨੂੰ ਕੁੱਟਦੀ ਰਹਿੰਦੀ ਸੀ। ਬਟ ਹੀ ਡਿਸਾਈਡਡ ਇਟ ਵਾਜ਼ ਬੈਟਰ ਟੂ ਸੇ ਨਥਿੰਗ, ਪਰ ਅਲਬਰਟ ਨੇ ਕੀ ਫੈਸਲਾ ਕੀਤਾ? ਇਹੀ ਗੱਲ ਬੈਟਰ ਹੈ ਕਿ ਮੈਂ ਕੁਝ ਵੀ ਨਾ ਬੋਲਾਂ। I must get away from here, he told Yuri, after 6 months alone in Munich। ਅਲਬਰਟ ਯੂਰੀ ਨੂੰ ਆਪਣੇ ਫਰੈਂਡ ਨੂੰ ਕੀ ਕਹਿੰਦਾ ਹੈ? 6 ਮਹੀਨੇ ਇੱਥੇ ਮੁਨਿਚ ਵਿੱਚ ਲਗਾਉਣ ਤੋਂ ਬਾਅਦ ਹੁਣ ਮੈਂ ਜ਼ਰੂਰ ਇੱਥੋਂ ਚਲਾ ਹੀ ਜਾਵਾਂਗਾ। ਇਟ ਇਜ਼ ਅਬਜ਼ਰਡ, ਇਹ ਕੀ ਹੈ? ਏਮਲੈਸਲੀ ਹੈ, ਕੋਈ ਇਸ ਦਾ ਫਾਇਦਾ ਨਹੀਂ ਹੈ। ਦੈਟ ਆਈ ਸ਼ੁੱਡ ਗੋ ਔਨ ਲਾਈਕ ਦਿਸ, ਕਿ ਮੈਂ ਇਸੇ ਤਰ੍ਹਾਂ ਇੱਥੇ ਟਾਈਮ ਬਿਤਾਉਂਦਾ ਜਾਵਾਂ। ਐਂਡ in the end it will turn out I have been wasting my father's money and everyone's time। ਅਤੇ ਅੰਤ ਵਿੱਚ ਇਹ ਪਤਾ ਲੱਗੇ ਕਿ ਮੈਂ ਆਪਣਾ ਸਮਾਂ ਬਰਬਾਦ ਕਰ ਰਿਹਾ ਸੀ, ਫਾਦਰ ਦੇ ਪੈਸੇ ਬਰਬਾਦ ਕਰ ਰਿਹਾ ਸੀ, ਅਤੇ ਹਰ ਇੱਕ ਦਾ ਟਾਈਮ ਬਰਬਾਦ ਕਰ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਇੱਥੋਂ ਚਲਾ ਹੀ ਜਾਵਾਂ। ਇਟ ਵਿਲ ਬੀ ਬੈਟਰ ਫॉर all if I stop now, ਇਹ ਸਾਰਿਆਂ ਦੇ ਲਈ ਹੀ ਚੰਗਾ ਹੋਵੇਗਾ ਕਿ ਜੇਕਰ ਮੈਂ ਹੁਣੇ ਹੀ ਬੰਦ ਕਰ ਦੇਵਾਂ। ਐਂਡ ਦੈਨ what will you do? ਯੂਰੀ ਆਸਕਡ। ਯੂਰੀ ਉਸਨੂੰ ਕੀ ਪੁੱਛਦਾ ਹੈ, ਫਿਰ ਤੂੰ ਕਰੇਗਾ ਕੀ? ਆਈ ਡੋਂਟ ਨੋ, ਮੈਂ ਨਹੀਂ ਜਾਣਦਾ। ਇਫ ਆਈ ਗੋ ਟੂ ਮਿਲਾਨ ਆਈ ਐਮ ਅਫਰੇਡ ਮਾਈ ਫਾਦਰ ਵਿਲ ਸੈਂਡ ਮੀ ਬੈਕ, ਜੇਕਰ ਮੈਂ ਮਿਲਾਨ ਚਲਾ ਗਿਆ ਤਾਂ ਮੈਨੂੰ ਡਰ ਹੈ ਕਿ ਮੇਰੇ ਪਿਤਾ ਜੀ ਮੈਨੂੰ ਵਾਪਸ ਭੇਜ ਦੇਣਗੇ। ਅਨਲੈਸ ਹਿਜ਼ ਆਈਜ਼ ਗਲੀਮਡ ਵਿਦ ਅ ਸਡਨ ਆਈਡੀਆ, ਹੁਣ ਤੱਕ ਉਸਦੀਆਂ ਅੱਖਾਂ ਚਮਕ ਚੁੱਕੀਆਂ ਸਨ, ਇੱਕ ਆਈਡੀਆ ਉਸਦੇ ਮਨ ਵਿੱਚ ਆ ਗਿਆ ਸੀ। ਕੀ ਪੁੱਛਦਾ ਹੈ ਅਲਬਰਟ? ਯੂਰੀ, ਡੂ ਯੂ ਨੋ ਐਨੀ ਫਰੈਂਡਲੀ ਡਾਕਟਰਸ, ਕੀ ਕਿਸੇ ਡਾਕਟਰ ਨੂੰ ਤੂੰ ਜਾਣਦਾ ਹੈ ਜੋ ਤੇਰੇ ਨਾਲ ਫਰੈਂਡਲੀ ਹੋਵੇ? ਯੂਰੀ ਕੀ ਰਿਪਲਾਈ ਕਰਦਾ ਹੈ? ਆਈ ਨੋ ਅ ਲੋਟ ਆਫ ਮੈਡੀਕਲ ਸਟੂਡੈਂਟਸ, ਮੈਂ ਬਹੁਤ ਸਾਰੇ ਮੈਡੀਕਲ ਸਟੂਡੈਂਟਸ ਨੂੰ ਜਾਣਦਾ ਹਾਂ। ਐਂਡ ਸਮ ਆਫ them ਆਰ ਫਰੈਂਡਲੀ, ਅਤੇ ਉਹਨਾਂ ਵਿੱਚੋਂ ਕੁਝ ਫਰੈਂਡਲੀ ਵੀ ਹਨ। said Yuri। Doctor? No, I have never had enough money to go to one। ਡਾਕਟਰ ਤਾਂ ਨਹੀਂ, ਮੇਰੇ ਕੋਲ ਇੰਨੇ ਕਦੇ ਪੈਸੇ ਹੀ ਨਹੀਂ ਸਨ ਕਿ ਮੈਂ ਕਿਸੇ ਡਾਕਟਰ ਕੋਲੇ ਜਾਂਦਾ। ਵਾਈ, ਪਰ ਕਿਉਂ? ਤੈਨੂੰ ਕੀ ਜ਼ਰੂਰਤ ਹੈ ਡਾਕਟਰ ਦੀ? ਸਪੋਜ਼ ਸੈਡ ਅਲਬਰਟ, ਮੰਨ ਲਓ ਅਲਬਰਟ ਨੇ ਕਿਹਾ, ਦੈਟ ਆਈ ਹੈਡ ਅ ਨਰਵ ਬ੍ਰੇਕਡਾਊਨ, ਕਿ ਮੈਨੂੰ ਮੰਨ ਲਓ ਨਰਵ ਬ੍ਰੇਕਡਾਊਨ ਹੋ ਜਾਂਦਾ ਹੈ। ਸਪੋਜ਼ ਅ ਡਾਕਟਰ ਵੁੱਡ ਸੇ ਇਟ ਇਜ਼ ਬੈਡ ਫॉर ਮੀ ਟੂ ਗੋ ਟੂ ਸਕੂਲ, ਅਤੇ ਡਾਕਟਰ ਇਹ ਗੱਲ ਕਹਿ ਦਿੰਦਾ ਹੈ ਕਿ ਮੇਰੇ ਲਈ ਇਹ ਚੰਗਾ ਨਹੀਂ ਹੈ ਕਿ ਮੈਂ ਸਕੂਲ ਜਾਵਾਂ। ਐਂਡ ਆਈ ਨੀਡ ਟੂ ਗੈਟ ਰਾਈਟ ਅਵੇ ਫਰੋਮ ਇਟ, ਅਤੇ ਮੇਰੇ ਲਈ ਇਹੀ ਚੰਗਾ ਹੈ, ਅਤੇ ਮੈਨੂੰ ਕੀ ਜ਼ਰੂਰਤ ਹੈ ਕਿ ਮੈਂ ਇੱਥੋਂ ਚਲਾ ਜਾਵਾਂ। ਇਸ ਤਰ੍ਹਾਂ ਸੁਜੈਸਟ ਕਰ ਦੇਵੇ ਡਾਕਟਰ, ਕੋਈ ਇਸ ਤਰ੍ਹਾਂ ਦਾ ਡਾਕਟਰ ਹੈ? ਇਹ ਅਲਬਰਟ ਉਸਨੂੰ ਯੂਰੀ ਨੂੰ ਪੁੱਛਦਾ ਹੈ। ਆਈ ਕਾਂਟ ਇਮੈਜਿਨ ਅ ਡਾਕਟਰ ਸੇਇੰਗ ਦੈਟ, ਸੈਡ ਯੂਰੀ, ਮੈਂ ਇਹ ਨਹੀਂ ਕਲਪਨਾ ਕਰ ਸਕਦਾ ਕਿ ਡਾਕਟਰ ਕੋਈ ਇਸ ਤਰ੍ਹਾਂ ਕਹੇਗਾ। ਆਈ ਮਸਟ ਟਰਾਈ, ਸੈਡ ਅਲਬਰਟ, ਪਰ ਅਲਬਰਟ ਕੀ ਕਹਿੰਦਾ ਹੈ, ਪਰ ਮੈਂ ਟਰਾਈ ਜ਼ਰੂਰ ਕਰਾਂਗਾ। ਟੂ ਫਾਈਂਡ ਅ ਡਾਕਟਰ ਹੂ ਸਪੈਸ਼ਲਾਈਜ਼ਸ ਇਨ ਨਰਵਸ, ਜੋ ਕਿ ਆ ਨਰਵਸ ਸਿਸਟਮ ਦੇ ਵਿੱਚ ਕਾਫੀ ਸਪੈਸ਼ਲਿਸਟ ਹੋਵੇ, ਮੈਂ ਇਸ ਤਰ੍ਹਾਂ ਦੇ ਡਾਕਟਰ ਨੂੰ ਲੱਭਾਂਗਾ ਜ਼ਰੂਰ। ਅਲਬਰਟ ਇਹ ਗੱਲ ਕਹਿੰਦਾ ਹੈ। ਦੇयर ਆਰ ਪਲੈਂਟੀ ਆਫ them, ਬਹੁਤ ਸਾਰੇ ਹਨ। ਯੂਰੀ ਟੋਲਡ ਹਿਮ, ਯੂਰੀ ਨੇ ਉਸਨੂੰ ਕਿਹਾ ਡਾਕਟਰ ਤਾਂ ਬਹੁਤ ਸਾਰੇ ਹਨ। ਹੀ ਹੈਜ਼ੀਟੇਟਡ ਫॉर ਅ ਮੂਮੈਂਟ, ਇੱਕ ਪਲ ਦੇ ਲਈ ਉਹ ਥੋੜਾ ਜਿਹਾ ਹਿਚਕਚਾਉਂਦਾ ਹੈ। ਐਂਡ ਦੈਨ ਐਡਡ, ਅਤੇ ਫਿਰ ਕੀ ਕਹਿੰਦਾ ਹੈ? ਰਾਦਰ ਰਿਲਕਟੈਂਟਲੀ, ਬਹੁਤ ਹੀ ਹੈਜ਼ੀਟੇਸ਼ਨ ਦੇ ਨਾਲ, ਜਿਵੇਂ ਉਹ ਦੱਸਣਾ ਨਾ ਚਾਹੁੰਦਾ ਹੋਵੇ। ਆਈ ਵਿਲ ਆਸਕ ਸਮ ਆਫ ਦ ਸਟੂਡੈਂਟਸ ਇਫ ਦੇ ਨੋ ਵਨ, ਇਫ ਯੂ ਲਾਈਕ,
ਮੈਂ ਕੁਝ ਕੁ ਸਟੂਡੈਂਟਸ ਨੂੰ ਪੁੱਛਾਂਗਾ ਕਿ ਉਹ ਕਿਸੇ ਨੂੰ ਜਾਣਦੇ ਹਨ ਜਾਂ ਨਹੀਂ ਜਾਣਦੇ। ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਡੇ ਲਈ ਪੁੱਛ ਦੇਵਾਂਗਾ। ਵਿਲ ਯੂ, ਤੁਸੀਂ ਪੁੱਛੋਗੇ? ਓ ਥੈਂਕ ਯੂ ਯੂਰੀ, ਧੰਨਵਾਦ ਯੂਰੀ। ਅਲਬਰਟਸ ਆਈਜ਼ ਵਰ ਸ਼ਾਈਨਿੰਗ, ਅਲਬਰਟ ਦੀਆਂ ਅੱਖਾਂ ਚਮਕ ਰਹੀਆਂ ਸਨ। ਵੇਟ ਅ ਮੋਮੈਂਟ, ਇੱਕ ਪਲ ਇੰਤਜ਼ਾਰ ਕਰੋ। ਆਈ ਹੈਵ ਨਾਟ ਫਾਊਂਡ ਵਨ ਯੈਟ, ਹਾਲੇ ਮੈਂ ਕੋਈ ਡਾਕਟਰ ਲੱਭਿਆ ਨਹੀਂ ਹੈ। ਓ ਬਟ ਯੂ ਵਿਲ, ਪਰ ਤੁਸੀਂ ਲੱਭੋਗੇ ਤਾਂ ਨਾ। ਐਂਡ ਇਫ ਆਈ ਡੂ, ਆਈ ਡੋਂਟ ਨੋ ਇਫ ਹੀ ਵਿਲ ਬੀ ਵਿਲਿੰਗ ਟੂ ਹੈਲਪ ਯੂ। ਹਾਂ, ਜੇਕਰ ਮੈਂ ਲੱਭ ਵੀ ਲਿਆ ਤਾਂ ਇਹ ਗੱਲ ਕੋਈ ਸ਼ੋਰਟੀ ਨਹੀਂ ਹੈ ਕਿ ਉਹ ਤੁਹਾਡੀ ਸਹਾਇਤਾ ਕਰੇਗਾ ਹੀ। ਹੀ ਵਿਲ, ਹਾਂ ਹਾਂ ਉਹ ਕਰੇਗਾ ਕਰੇਗਾ, ਡਿਕਲੇਅਰਡ ਐਲਬਰਟ। ਅਲਬਰਟ ਨੇ ਇਹ ਗੱਲ ਕਹੀ। ਆਈ ਐਮ ਗੋਇੰਗ ਟੂ ਹੈਵ ਅ ਰੀਅਲ ਨਰਵਸ ਬ੍ਰੇਕਡਾਊਨ, ਮੈਂ ਸੱਚਮੁੱਚ ਹੀ ਮੈਨੂੰ ਨਰਵਸ ਬ੍ਰੇਕਡਾਊਨ ਹੋਣ ਵਾਲਾ ਹੈ। ਟੂ ਮੇਕ ਇਟ ਈਜ਼ੀਅਰ ਫॉर ਹਿਮ, ਇਸ ਨਾਲ ਡਾਕਟਰ ਨੂੰ ਵੀ ਸੌਖਾ ਹੋ ਜਾਵੇਗਾ ਕਿ ਇਹ ਗੱਲ ਕਹਿਣੀ ਕਿ ਮੈਨੂੰ ਸੱਚਮੁੱਚ ਨਰਵਸ ਬ੍ਰੇਕਡਾਊਨ ਹੈ ਅਤੇ ਮੈਂ ਇਹ ਸਕੂਲ ਛੱਡ ਕੇ ਚਲਾ ਜਾਵਾਂ। ਹੀ ਲਾਫਡ ਮੈਰੀਲੀ, ਉਹ ਕੀ ਹੈ, ਇਹ ਗੱਲ ਕਹਿ ਕੇ ਅਲਬਰਟ ਹੱਸ ਪੈਂਦਾ ਹੈ। ਆਈ ਹੈਵ ਨੈਵਰ ਸੀਨ ਯੂ ਲੁਕਿੰਗ ਲੈਸ ਨਰਵਸ, ਰਿਮਾਰਕਡ ਯੂਵੀ, ਮੈਂ ਤੈਨੂੰ ਇੰਨਾ ਘੱਟ ਨਰਵਸ ਪਹਿਲਾਂ ਕਦੇ ਵੀ ਨਹੀਂ ਦੇਖਿਆ। ਅ ਡੇ ਔਰ ਟੂ ਐਟ ਸਕੂਲ ਵਿਲ ਸੂਨ ਪੁੱਟ ਦੈਟ ਰਾਈਟ, ਇੱਕ ਜਾਂ ਦੋ ਦਿਨਾਂ ਦੇ ਵਿੱਚ ਜਲਦੀ ਹੀ ਇਹ ਹੋ ਜਾਵੇਗਾ ਜੇਕਰ ਮੈਂ ਸਕੂਲ ਗਿਆ ਤਾਂ। ਅਲਬਰਟ ਅਸ਼ੋਰਡ ਹਿਮ, ਅਲਬਰਟ ਨੇ ਉਸਨੂੰ ਯਕੀਨ ਦਿਵਾਇਆ ਕਿ ਜੇ ਇੱਕ ਦੋ ਦਿਨ ਮੈਂ ਹੋਰ ਸਕੂਲ ਚਲਾ ਗਿਆ ਤਾਂ ਮੈਨੂੰ ਜਲਦੀ ਹੀ ਨਰਵਸ ਬ੍ਰੇਕਡਾਊਨ ਹੋ ਹੀ ਜਾਵੇਗਾ। ਸਰਟਨਲੀ ਹੀ ਹੈਡ ਲੋਸਟ ਹਿਜ਼ ਹਾਈ ਸਪਿਰਿਟਸ ਵੈਨ ਯੂਰੀ saw him next, ਪੱਕਾ ਹੀ ਉਹ ਕੀ ਹੈ, ਆਪਣੀਆਂ ਉਹ ਜੋ ਹਾਈ ਸਪਿਰਿਟਸ ਸਨ ਇਸ ਤੋਂ ਪਹਿਲਾਂ ਉਹ ਗਵਾ ਚੁੱਕਾ ਸੀ। ਜਦ ਯੂਰੀ ਨੇ ਉਸਨੂੰ ਬਾਅਦ ਵਿੱਚ ਵੇਖਿਆ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕਾ ਸੀ ਅਲਬਰਟ। ਆਈ ਕਾਂਟ ਸਟੈਂਡ ਇਟ ਐਨੀ ਲੋਂਗਰ, ਮੈਂ ਹੋਰ ਸਹਿਣ ਨਹੀਂ ਕਰ ਸਕਦਾ। ਹੀ ਸੈਡ, ਉਸਨੇ ਕਿਹਾ। ਆਈ ਰੀਅਲੀ ਸ਼ੈਲ ਹੈਵ ਅ ਨਰਵਸ ਬ੍ਰੇਕਡਾਊਨ ਦੈਟ ਵਿਲ ਸੈਟਿਸਫਾਈ ਐਨੀ ਡਾਕਟਰ, ਮੈਨੂੰ ਸੱਚਮੁੱਚ ਹੀ ਨਰਵ ਬ੍ਰੇਕਡਾਊਨ ਹੋ ਜਾਵੇਗਾ ਜਿਸ ਨਾਲ ਕੋਈ ਵੀ ਡਾਕਟਰ ਸੈਟਿਸਫਾਈ ਹੋ ਜਾਵੇਗਾ, ਸਮਝ ਲਵੇਗਾ ਹਰ ਇੱਕ ਡਾਕਟਰ ਕਿ ਮੈਂ ਸੱਚਮੁੱਚ ਇਸ ਤਕਲੀਫ ਵਿੱਚ ਹਾਂ ਕਿ ਮੈਨੂੰ ਨਰਵਸ ਬ੍ਰੇਕਡਾਊਨ ਹੈ। ਕੀਪ ਇਟ ਅਪ ਦੈਨ, ਸੈਡ ਯੂਰੀ, ਚਲੋ ਇਸ ਗੱਲ ਨੂੰ ਹੁਣ ਬਣਾਏ ਰੱਖੋ, ਇਸ ਤਰ੍ਹਾਂ ਦੀ ਸਥਿਤੀ ਬਣਾਏ ਰੱਖੋ ਜੇਕਰ ਤੁਹਾਨੂੰ ਤੁਸੀਂ ਸਕੂਲ ਛੱਡਣਾ ਹੈ ਤਾਂ। ਜਿਸ ਤਰ੍ਹਾਂ ਦੀ ਤੁਹਾਡੀ ਹੁਣ ਸਿਚੁਏਸ਼ਨ ਹੋ ਚੁੱਕੀ ਹੈ ਐਸੇ ਤਰ੍ਹਾਂ ਹੀ ਰੱਖਣਾ, ਯੂਰੀ ਉਸਨੂੰ ਕਹਿੰਦਾ ਹੈ। ਆਈ ਹੈਵ ਫਾਊਂਡ ਅ ਡਾਕਟਰ ਫॉर ਯੂ, ਮੈਂ ਤੁਹਾਡੇ ਲਈ ਇੱਕ ਡਾਕਟਰ ਲੱਭ ਲਿਆ ਹੈ। ਯੂ ਹੈਵ, ਤੁਸੀਂ ਲੱਭ ਲਿਆ ਹੈ। ਅਲਬਰਟਸ ਫੇਸ ਲਿਟ ਅਪ, ਅਲਬਰਟ ਦਾ ਚਿਹਰਾ ਖਿਲ ਉੱਠਦਾ ਹੈ। ਓ ਗੁੱਡ, ਬਹੁਤ ਵਧੀਆ। ਵੈਨ ਕੈਨ ਆਈ ਸੀ ਹਿਮ, ਮੈਂ ਉਸਨੂੰ ਕਦੋਂ ਮਿਲ ਸਕਦਾ ਹਾਂ। ਆਈ ਹੈਵ ਐਨ ਅਪੁਆਇੰਟਮੈਂਟ ਫॉर ਯੂ ਫॉर ਟੁਮਾਰੋ ਈਵਨਿੰਗ, ਮੈਂ ਤੁਹਾਡੇ ਲਈ ਕੱਲ ਸ਼ਾਮ ਦੀ ਇੱਕ ਅਪੁਆਇੰਟਮੈਂਟ ਕੀਤੀ ਹੈ। ਯੂਰੀ ਸੈਡ, ਯੂਰੀ ਨੇ ਕਿਹਾ। ਹੇਅਰ ਇਜ਼ ਦਾ ਐਡਰੈਸ, ਇਹ ਐਡਰੈਸ ਹੈ। ਹੀ ਹੈਂਡਲਡ ਅਲਬਰਟ ਅ ਪੀਸ ਆਫ ਪੇਪਰ, ਉਸਨੇ ਅਲਬਰਟ ਨੂੰ ਇੱਕ ਕਾਗਜ਼ ਦਾ ਟੁਕੜਾ ਫੜਾਇਆ। ਡਾਕਟਰ ਅਰਨਸਟ ਵੀਲ, ਡਾਕਟਰ ਦਾ ਨੇਮ ਕੀ ਸੀ? ਅਰਨਸਟ ਵੀਲ। ਇਜ਼ ਹੀ ਅ ਸਪੈਸ਼ਲਿਸਟ ਇਨ ਨਰਵਸ ਟਰਬਲ, ਕੀ ਉਹ ਨਰਵਸ ਦੀਆਂ ਜੋ ਟਰਬਲਸ ਹੁੰਦੀਆਂ ਹਨ, ਦਿਮਾਗੀ ਬਿਮਾਰੀਆਂ ਹੁੰਦੀਆਂ ਹਨ, ਕੀ ਉਹਨਾਂ ਦਾ ਸਪੈਸ਼ਲਿਸਟ ਹੈ? ਅਲਬਰਟ ਨੇ ਪੁੱਛਿਆ। ਨਾਟ ਐਗਜ਼ੈਕਟਲੀ, ਯੂਰੀ ਐਡਮਿਟਡ, ਪੂਰੀ ਤਰ੍ਹਾਂ ਨਹੀਂ, ਯੂਰੀ ਨੇ ਕਿਹਾ। ਐਜ਼ ਅ ਮੈਟਰ ਆਫ ਫੈਕਟ, ਸੱਚਾਈ ਤਾਂ ਇਹ ਹੈ ਹੀ ਓਨਲੀ ਕੁਆਲੀਫਾਈਡ ਏ ਡਾਕਟਰ ਲਾਸਟ ਵੀਕ, ਉਹ ਪਿਛਲੇ ਹਫਤੇ ਹੀ ਡਾਕਟਰ ਬਣਿਆ ਹੈ। ਯੂ ਮੇ ਈਵਨ ਬੀ ਹਿਜ਼ ਫਸਟ ਪੇਸ਼ੈਂਟ, ਹੋ ਸਕਦਾ ਹੈ ਤੁਸੀਂ ਉਸਦੇ ਪਹਿਲੇ ਪੇਸ਼ੈਂਟ ਹੀ ਹੋ। ਯੂ ਨਿਊ ਹਿਮ ਐਜ਼ ਅ ਸਟੂਡੈਂਟ ਦੈਨ, ਅੱਛਾ ਤਾਂ ਤੁਸੀਂ ਉਸਨੂੰ ਐਜ਼ ਏ ਸਟੂਡੈਂਟ ਜਾਣਦੇ ਹੋ। ਆਈ ਹੈਵ ਨੋਨ ਅਰਨੈਸਟ ਫॉर ਈਅਰਸ, ਮੈਂ ਕਈ ਸਾਲਾਂ ਤੋਂ ਅਰਨੈਸਟ ਨੂੰ ਜਾਣਦਾ ਹਾਂ, ਡਾਕਟਰ ਨੂੰ ਜਾਣਦਾ ਹਾਂ। ਯੂਰੀ ਹੈਜ਼ੀਟੇਟਡ ਫॉर ਅ ਫਿਊ ਮੋਮੈਂਟਸ, ਯੂਰੀ ਕੁਝ ਕੁ ਪਲਾਂ ਲਈ ਥੋੜਾ ਜਿਹਾ ਹਿਚਕਿਚਾਇਆ। ਹੀ ਇਜ਼ ਨਾਟ ਅ ਫੂਲ, ਹੀ ਵਾਰਨਡ ਅਲਬਰਟ, ਪਰ ਉਹ ਮੂਰਖ ਨਹੀਂ ਹੈ। ਯੂਰੀ ਨੇ ਅਲਬਰਟ ਨੂੰ ਇਹ ਵਾਰਨਿੰਗ ਵੀ ਦਿੱਤੀ, ਉਹ ਮੂਰਖ ਨਹੀਂ ਹੈ। ਵਟ ਡੂ ਯੂ ਮੀਨ, ਅਲਬਰਟ ਕੀ ਪੁੱਛ ਰਿਹਾ ਹੈ, ਕੀ ਮਤਲਬ ਹੈ ਤੁਹਾਡਾ? ਡੋਂਟ ਟਰਾਈ ਟੂ ਪੁੱਲ ਦਾ ਵੂਲ ਓਵਰ ਹਿਜ਼ ਆਈਜ਼, ਪੁੱਲ ਦਾ ਵੂਲ ਕੀ ਹੁੰਦਾ? ਕਿਸੇ ਨਾਲ ਚੀਟਿੰਗ ਕਰਨੀ। ਯੂਰੀ ਉਸਨੂੰ ਕੀ ਸੁਜੈਸਟ ਕਰ ਰਿਹਾ ਹੈ ਕਿ ਉਸਦੇ ਨਾਲ ਚੀਟਿੰਗ ਕਰਨ ਦੀ ਕੋਸ਼ਿਸ਼ ਨਾ ਕਰੀ, ਉਸਨੂੰ ਕੁਝ ਗਲਤ ਦੱਸਣ ਦੀ ਕੋਸ਼ਿਸ਼ ਨਾ ਕਰੀ। ਦੈਟ ਇਜ਼ ਆਲ, ਬਸ ਇਹੀ ਹੈ। ਬੀ ਫਰੈਂਕ ਵਿਦ ਹਿਮ, ਉਸ ਨਾਲ ਫਰੈਂਕ ਹੋ ਜਾਈ ਪੂਰਾ। ਬਟ ਡੋਂਟ ਪ੍ਰੀਟੈਂਡ ਯੂ ਹੈਵ ਗੋਟ ਵਟ ਯੂ ਹੈਵ ਨਾਟ, ਪਰ ਇਸ ਤਰ੍ਹਾਂ ਦਾ ਕੋਈ ਦਿਖਾਵਾ ਨਾ ਕਰੀ ਕਿ ਤੈਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਜੋ ਤੈਨੂੰ ਹੈ ਹੀ ਨਹੀਂ। ਨਾਟ ਦੈਟ ਯੂ ਵੁਡ ਡਿਸੀਵ ਐਨੀ ਵਨ, ਯੂਰੀ ਐਡਡ, ਯੂਰੀ ਨੇ ਉਸਨੂੰ ਕਿਹਾ ਇਸ ਤਰ੍ਹਾਂ ਨਾ ਸੋਚੀ ਕਿ ਤੂੰ ਕਿਸੇ ਨੂੰ ਵੀ ਠੱਗ ਲਵੇਂਗਾ। ਯੂ ਆਰ ਦਾ ਵਰਲਡਸ ਵਰਸਟ ਲਾਇਰ, ਤੂੰ ਸੰਸਾਰ ਦਾ ਸਭ ਤੋਂ ਭੈੜਾ ਝੂਠ ਬੋਲਣ ਵਾਲਾ ਹੈ, ਮਤਲਬ ਤੈਨੂੰ ਝੂਠ ਬੋਲਣਾ ਹੀ ਨਹੀਂ ਆਉਂਦਾ। ਅਲਬਰਟ ਸਪੈਂਟ ਦਾ ਨੈਕਸਟ ਡੇ ਵੰਡਰਿੰਗ ਵਟ ਟੂ ਟੈਲ ਦਾ ਡਾਕਟਰ, ਅਗਲਾ ਦਿਨ ਅਲਬਰਟ ਨੇ ਬੜੀ ਚਿੰਤਾ ਦੇ ਵਿੱਚ ਬਿਤਾਇਆ, ਸੋਚਦੇ ਹੋਏ ਬਿਤਾਇਆ ਕਿ ਉਹ ਡਾਕਟਰ ਨੂੰ ਕੀ ਕਹੇਗਾ। ਵੈਨ ਦਾ ਟਾਈਮ ਅਰਾਈਵਡ ਫॉर ਦਾ ਅਪੁਆਇੰਟਮੈਂਟ, ਜਦ ਅਪੁਆਇੰਟਮੈਂਟ ਦਾ ਟਾਈਮ ਆ ਗਿਆ, ਹੀ ਹੈਡ ਵਰਿਡ ਓਵਰ ਇਟ ਸੋ ਮਚ ਦੈਟ ਹੀ ਰੀਅਲੀ ਵਾਜ਼ ਕੁਆਇਟ ਨਰਵਸ, ਉਹ ਇਸ ਗੱਲ ਉੱਤੇ ਇੰਨਾ ਚਿੰਤਤ ਸੀ ਕਿ ਉਹ ਸੱਚਮੁੱਚ ਹੀ ਕੀ ਹੈ, ਨਰਵਸ ਲੱਗ ਰਿਹਾ ਸੀ, ਕਾਫੀ ਨਰਵਸ ਲੱਗ ਰਿਹਾ ਸੀ।
I don't really know how to describe my trouble. ਮੈਂ ਨਹੀਂ ਜਾਣਦਾ ਕਿ ਮੈਂ ਆਪਣੀ ਇਸ ਟਰਬਲ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕਰਾਂ ਡਾਕਟਰ ਵੀਲ ਹੀ began ਉਸਨੇ ਇਹ ਗੱਲ ਉਸਨੂੰ ਕਹੀ ਡਾਕਟਰ ਨੂੰ Don't try, said the young doctor with a friendly smile. Young doctor ਨੇ ਇੱਕ friendly smile ਦਿੰਦੇ ਹੋਏ ਉਸਨੂੰ ਕਿਹਾ ਤੂੰ ਕੋਸ਼ਿਸ਼ ਵੀ ਨਾ ਕਰ ਦੱਸਣ ਦੀ Yuri has already given me a history of the case. ਯੂਰੀ ਨੇ ਪਹਿਲਾਂ ਹੀ ਮੈਨੂੰ ਤੇਰੇ ਕੇਸ ਦੀ ਸਾਰੀ ਹਿਸਟਰੀ ਦੱਸ ਦਿੱਤੀ ਹੈ Oh, what did he say? ਉਸਨੇ ਕੀ ਕਿਹਾ Only that you want me to think you have had a nervous breakdown. ਬਸ ਇਹੀ ਗੱਲ ਕਿ ਮੈਂ ਇਹ ਸੋਚਾਂ ਕਿ ਤੁਹਾਨੂੰ ਸੱਚਮੁੱਚ ਨਰਵਸ ਬ੍ਰੇਕਡਾਊਨ ਹੈ ਐਂਡ ਸੇ that you must not go back to that school. ਅਤੇ ਮੈਨੂੰ ਇਹ ਦੱਸਿਆ ਸੀ ਯੂਰੀ ਨੇ ਕਿ ਤੁਸੀਂ ਸਕੂਲ ਵਾਪਸ ਨਹੀਂ ਜਾਣਾ ਚਾਹੁੰਦੇ Oh dear, ਅਲਬਰਟਸ ਫੇਸ ਫੈਲ Oh dear ਕਹਿ ਕੇ ਅਲਬਰਟ ਦਾ ਚਿਹਰਾ ਕੀ ਹੈ ਮੁਰਝਾ ਜਾਂਦਾ ਹੈ He should not have told you that. ਉਸਨੂੰ ਇਹ ਸਭ ਕੁਝ ਤੁਹਾਨੂੰ ਨਹੀਂ ਦੱਸਣਾ ਚਾਹੀਦਾ ਸੀ Why not? ਕਿਉਂ ਨਹੀਂ is not it true then कि ये सच नहीं है yes हाँ that is the trouble यही problem है now you will say there is nothing wrong with me ਹੁਣ ਤੁਸੀਂ ਕਹੋਗੇ ਕਿ ਮੈਨੂੰ ਕੁਝ ਵੀ ਨਹੀਂ ਹੋਇਆ and you will tell me to go back to school ਅਤੇ ਤੁਸੀਂ ਮੈਨੂੰ ਕਹੋਗੇ ਕਿ ਮੈਂ ਸਕੂਲ ਵਾਪਸ ਚਲਾ ਜਾਵਾਂ don't be too sure of that ਇੰਨੇ ਵੀ sure ਨਾ ਹੋ said the doctor ਡਾਕਟਰ ਨੇ ਕਿਹਾ As a matter of fact, सच्चाई ये है I am pretty sure you are in a nervous state about that school. ਸੱਚਾਈ ਤਾਂ ਇਹ ਹੈ ਕਿ ਤੁਸੀਂ ਸੱਚਮੁੱਚ ਹੀ ਨਰਵਸ ਸਟੇਟ ਦੇ ਵਿੱਚ ਹੋ ਨਰਵਸ ਹਾਲਤ ਦੇ ਵਿੱਚ ਹੋ ਸਕੂਲ ਨੂੰ ਲੈ ਕੇ But I have not told you anything about it, said Albert. ਪਰ ਮੈਂ ਤਾਂ ਤੁਹਾਨੂੰ ਇਸ ਦੇ ਬਾਰੇ ਕੁਝ ਨਹੀਂ ਦੱਸਿਆ ਅਲਬਰਟ ਨੇ ਕਿਹਾ ਵਾਈਡ ਆਈਡ ਅੱਖਾਂ ਖੋਲ ਕੇ ਪੂਰੀ ਤਰ੍ਹਾਂ ਅਲਬਰਟ ਹੈਰਾਨ ਹੋ ਕੇ ਬੋਲਦਾ ਹੈ ਕਿ ਮੈਂ ਤਾਂ ਤੁਹਾਨੂੰ ਇਸ ਬਾਰੇ ਕੁਝ ਨਹੀਂ ਦੱਸਿਆ How can you know that? ਤੁਹਾਨੂੰ ਇਸ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ? Because you would not have come to see me about this if you had not been pretty close to a nervous breakdown. ਕਿਉਂਕਿ ਤੁਸੀਂ ਮੇਰੇ ਕੋਲ ਆਉਣਾ ਹੀ ਨਹੀਂ ਸੀ ਜੇਕਰ ਤੁਸੀਂ ਨਰਵਸ ਬ੍ਰੇਕਡਾਊਨ ਦੇ ਬਹੁਤ ਜ਼ਿਆਦਾ ਨਜ਼ਦੀਕ ਨਾ ਹੁੰਦੇ That's why ਇਹੀ ਕਾਰਨ ਹੈ ਕਿ ਮੈਨੂੰ ਪਤਾ ਲੱਗ ਗਿਆ Now said the doctor briskly ਹੁਣ ਡਾਕਟਰ ਨੇ ਉਸਨੂੰ ਤੇਜ਼ੀ ਨਾਲ ਕਿਹਾ if I certify that you have had a nervous breakdown ਜੇਕਰ ਮੈਂ ਇਹ ਸਰਟੀਫਾਈ ਕਰ ਦਿਆਂ ਇਹ ਲਿਖ ਦੇਵਾਂ ਕਿ ਤੁਸੀਂ ਸੱਚਮੁੱਚ ਹੀ ਤੁਹਾਨੂੰ ਨਰਵਸ ਬ੍ਰੇਕਡਾਊਨ ਹੈ ਐਂਡ ਮਸਟ ਸਟੇ ਅਵੇ ਫਰੋਮ ਸਕੂਲ ਅਤੇ ਤੁਸੀਂ ਜ਼ਰੂਰ ਸਕੂਲ ਤੋਂ ਦੂਰ ਹੀ ਰਹਿਣਾ ਹੈ ਫॉर ਅ ਵਾਈਲ ਕੁਝ ਸਮੇਂ ਲਈ what will you do ਫਿਰ ਤੁਸੀਂ ਕੀ ਕਰੋਗੇ I will go to Italy ਮੈਂ ਇਟਲੀ ਜਾਵਾਂਗਾ ਅਲਬਰਟ ਨੇ ਕਿਹਾ to ਮਿਲਾਨ ਜਾਵਾਂਗਾ where my parents are ਜਿੱਥੇ ਮੇਰੇ ਮਾਤਾ ਪਿਤਾ ਹਨ and what will you do there ਅਤੇ ਤੁਸੀਂ ਉੱਥੇ ਕੀ ਕਰੋਗੇ I will try to get into an Italian college or institute ਮੈਂ ਕਿਸੇ ਇਟਾਲੀਅਨ ਕਾਲਜ ਜਾਂ ਕਿਸੇ ਇੰਸਟੀਟਿਊਟ ਵਿੱਚ ਦਾਖਲ ਹੋਵਾਂਗਾ how can you without a diploma ਤੁਸੀਂ ਬਿਨਾਂ ਡਿਪਲੋਮੇ ਤੋਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ I will ask my mathematics teacher to give me something about my work ਮੈਂ ਆਪਣੇ ਮੈਥਮੈਟਿਕਸ ਟੀਚਰ ਨੂੰ ਕਹਿ ਦੇਵਾਂਗਾ ਕਿ ਉਹ ਮੇਰੇ ਕੰਮ ਦੇ ਬਾਰੇ ਜਿਸ ਤਰ੍ਹਾਂ ਮੈਂ ਇੱਥੇ ਸਕੂਲ ਵਿੱਚ ਕੰਮ ਕਰਦਾ ਸੀ ਉਸ ਬਾਰੇ ਉਹ ਲਿਖ ਦੇਣ and perhaps that will be enough ਅਤੇ ਸ਼ਾਇਦ ਇਹ ਕਾਫੀ ਹੋਵੇਗਾ I will learn all that maths they teach at school ਮੈਂ ਉਹ ਸਾਰਾ ਮੈਥ ਸਿੱਖ ਲਏ ਹਨ ਜੋ ਉਹ ਸਕੂਲ ਵਿੱਚ ਪੜ੍ਹਾਉਂਦੇ ਹਨ that and a bit more ਅਤੇ ਕੁਝ ਜ਼ਿਆਦਾ ਹੀ ਸਿੱਖ ਲਏ ਹਨ he added when Dr. V looked doubtfully ਅਲਬਰਟ ਆਇਨਸਟਾਈਨ ਨੇ ਇਹ ਗੱਲ ਕਹੀ ਕਿ ਮੈਂ ਜ਼ਿਆਦਾ ਹੀ ਸਿੱਖ ਲਏ ਹਨ ਕੁਝ ਤਾਂ ਡਾਕਟਰ ਵੀਲ ਉਸ ਦੇ ਵੱਲ ਕੁਝ ਡਾਊਟਫੁਲ ਤਰੀਕੇ ਨਾਲ ਉਸ ਵੱਲ ਵੇਖ ਰਹੇ ਸਨ well it is up to you ਚਲੋ ਇਹ ਤਾਂ ਤੁਹਾਡੇ ਉੱਤੇ ਹੀ ਹੈ ਡਾਕਟਰ ਨੇ ਕਿਹਾ I doubt if it will come off but I can see you are not doing yourself or anyone else much good by staying here uh, I doubt if it will come off ਮੈਨੂੰ ਸ਼ੱਕ ਹੈ ਕਿ ਇਸ ਤਰ੍ਹਾਂ ਹੋਵੇਗਾ but I can see you are not doing yourself or anyone else much good ਪਰ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਇੱਥੇ ਰਹਿ ਕੇ ਆਪਣੇ ਲਈ ਵੀ ਕੁਝ ਚੰਗਾ ਨਹੀਂ ਕਰ ਰਹੇ ਅਤੇ ਕਿਸੇ ਹੋਰ ਲਈ ਵੀ ਕੁਝ ਚੰਗਾ ਨਹੀਂ ਕਰ ਰਹੇ ਕਿਸੇ ਦਾ ਵੀ ਇਸ ਗੱਲ ਨੂੰ ਫਾਇਦਾ ਨਹੀਂ ਹੈ ਕਿ ਤੁਸੀਂ ਵੀ ਇੱਥੇ ਪਰੇਸ਼ਾਨ ਹੋ ਰਹੇ ਹੋ ਅਤੇ ਦੂਸਰੇ ਵੀ ਤੁਹਾਡੇ ਤੋਂ ਪਰੇਸ਼ਾਨ ਹਨ How long would you like me to say you should stay away from school ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਕਿੰਨਾ ਸਮਾਂ ਲਿਖ ਦੇਵਾਂ ਕਿ ਤੁਹਾਨੂੰ ਸਕੂਲ ਤੋਂ ਦੂਰ ਰਹਿਣਾ ਹੈ ਤੁਸੀਂ ਸਕੂਲ ਤੋਂ ਦੂਰ ਰਹਿਣਾ ਹੈ ਮੈਂ ਕਿੰਨਾ ਟਾਈਮ ਉਸ ਸਰਟੀਫਿਕੇਟ ਦੇ ਵਿੱਚ ਲਿਖ ਦੇਵਾਂ Would 6 months be all right ਕਿ 6 ਮਹੀਨੇ ਕਾਫੀ ਹਨ
ਦਿਸ ਇਜ਼ ਵੈਰੀ ਕਾਈਂਡ ਆਫ ਯੂ। ਅਲਬਰਟ ਕੀ ਕਹਿੰਦਾ ਹੈ ਕਿ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਜੇ ਇਸ ਤਰ੍ਹਾਂ ਲਿਖ ਦੇਵੋ। ਇਟ ਇਜ਼ ਨਥਿੰਗ, ਇਹ ਕੁਝ ਵੀ ਨਹੀਂ ਹੈ। ਆਈ ਹੈਵ ਓਨਲੀ ਜਸਟ ਸਟਾਪਡ ਬੀਇੰਗ ਅ ਸਟੂਡੈਂਟ ਮਾਈ ਸੈਲਫ। ਮੈਂ ਇਸ ਤੋਂ ਪਹਿਲਾਂ ਸਟੂਡੈਂਟ ਸੀ, ਮੈਂ ਹੁਣੇ ਹੀ ਆਪਣੀ ਸਟੂਡੈਂਟ ਵਾਲੀ ਜੋ ਐਜੂਕੇਸ਼ਨ ਹੈ ਉਹ ਸਮਾਪਤ ਕੀਤੀ ਹੈ। ਸੋ ਆਈ ਨੋ ਹਾਊ ਯੂ ਫੀਲ, ਅਤੇ ਮੈਂ ਜਾਣਦਾ ਹਾਂ ਕਿ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ। ਹੇਅਰ ਯੂ ਆਰ, ਤੁਸੀਂ ਇੱਥੇ ਹੋ। ਡਾਕਟਰ ਵੀਲ ਹੈਂਡਡ ਹਿਮ ਦਾ ਸਰਟੀਫਿਕੇਟ ਐਂਡ ਦਾ ਬੈਸਟ ਆਫ ਲੱਕ। ਡਾਕਟਰ ਵੀਲ ਨੇ ਉਸਨੂੰ ਸਰਟੀਫਿਕੇਟ ਉਹ ਬਣਾ ਕੇ ਦੇ ਦਿੱਤਾ ਜੋ ਅਲਬਰਟ ਨੂੰ ਚਾਹੀਦਾ ਸੀ, ਅਤੇ ਉਸਨੂੰ ਬੈਸਟ ਆਫ ਲੱਕ ਵੀ ਕਿਹਾ। ਹਾਊ ਮਚ, ਕਿੰਨੇ ਪੈਸੇ ਜਾਂ ਕਿੰਨੇ ਰੁਪਈਏ, ਅਲਬਰਟ ਉਸਨੂੰ ਪੁੱਛ ਰਿਹਾ ਹੈ ਕਿੰਨੇ ਰੁਪਏ ਹੋਏ। ਨਥਿੰਗ, ਕੁਝ ਵੀ ਨਹੀਂ। ਇਫ ਯੂ ਹੈਵ ਐਨੀਥਿੰਗ ਟੂ ਸਪੇਅਰ, ਜੇਕਰ ਤੁਹਾਡੇ ਕੋਲ ਕੁਝ ਸਪੇਅਰ ਹਨ, ਇਨਵਾਈਟ ਯੂਰੀ ਟੂ ਅ ਮੀਲ, ਯੂਰੀ ਨੂੰ ਮੀਲ ਉੱਪਰ ਬੁਲਾ ਲੈਣਾ, ਉਸਨੂੰ ਕੋਈ ਖਾਣਾ ਵਗੈਰਾ ਖਵਾ ਦੇਣਾ। ਹੀ ਇਜ਼ ਅ ਗੁੱਡ ਫਰੈਂਡ ਆਫ ਮਾਈਨ, ਉਹ ਮੇਰਾ ਚੰਗਾ ਮਿੱਤਰ ਹੈ। ਐਂਡ ਯੂਅਰਸ ਟੂ ਆਈ ਥਿੰਕ, ਅਤੇ ਤੁਹਾਡਾ ਵੀ ਸ਼ਾਇਦ ਹੈ। ਅਲਬਰਟ ਹੈਡ ਨੋ ਮਨੀ ਟੂ ਸਪੇਅਰ, ਅਲਬਰਟ ਕੋਲ ਕੁਝ ਵਾਧੂ ਪੈਸੇ ਨਹੀਂ ਸਨ। ਬਟ ਹੀ ਪ੍ਰੀਟੈਂਡਡ ਹੀ ਹੈਡ ਐਂਡ ਟੁਕ ਯੂਰੀ ਟੂ ਦਾ ਸਪਰ, ਪਰ ਉਸਨੇ ਦਿਖਾਵਾ ਕੀਤਾ ਕਿ ਉਸਦੇ ਕੋਲ ਪੈਸੇ ਹਨ ਅਤੇ ਉਹ ਯੂਰੀ ਨੂੰ ਖਾਣੇ ਦੇ ਲਈ ਲੈ ਜਾਵੇਗਾ। ਇਜ਼ ਨਾਟ ਇਟ ਵੰਡਰਫੁਲ, ਕੀ ਇਹ ਵੰਡਰਫੁਲ ਨਹੀਂ ਹੈ। ਹੀ ਸੈਡ ਆਫਟਰ ਸ਼ੋਇੰਗ ਯੂਰੀ ਦਾ ਸਰਟੀਫਿਕੇਟ, ਉਸਨੇ ਯੂਰੀ ਨੂੰ ਸਰਟੀਫਿਕੇਟ ਦਿਖਾਉਂਦੇ ਹੋਏ ਪੁੱਛਿਆ। ਯੈਸ ਇਟ ਇਜ਼ ਫਾਈਨ, ਹਾਂ ਇਹ ਬਹੁਤ ਵਧੀਆ ਹੈ। ਯੂਰੀ ਅਗਰੀਡ, ਯੂਰੀ ਸਹਿਮਤ ਹੋਇਆ। 6 months ਇਜ਼ ਅ ਗੁੱਡ ਪੀਰੀਅਡ, 6 ਮਹੀਨੇ ਤਾਂ ਬਹੁਤ ਵਧੀਆ ਪੀਰੀਅਡ ਹੈ। ਦਿਸ ਵੇ ਯੂ ਵਿਲ ਨਾਟ ਐਕਚੁਅਲੀ ਬੀ ਲੀਵਿੰਗ ਦਾ ਸਕੂਲ, ਇਸ ਤਰ੍ਹਾਂ ਤੁਸੀਂ ਸਕੂਲ ਵੀ ਨਹੀਂ ਛੱਡ ਰਹੇ ਹੋਵੋਗੇ। ਸੋ ਇਫ ਦਾ ਵਰਸਟ ਕਮਸ ਟੂ ਦਾ ਵਰਸਟ, ਜੇਕਰ ਮਾੜੇ ਤੋਂ ਮਾੜਾ ਵੀ ਹੁੰਦਾ ਹੈ, ਯੂ ਵਿਲ ਬੀ ਏਬਲ ਟੂ ਕਮ ਬੈਕ ਐਂਡ ਕੈਰੀ ਔਨ ਫॉर ਯੂਅਰ ਡਿਪਲੋਮਾ, ਤੁਸੀਂ ਵਾਪਸ ਆ ਸਕੋਗੇ ਅਤੇ ਆਪਣਾ ਡਿਪਲੋਮਾ ਕੈਰੀ ਔਨ ਕਰ ਸਕੋਗੇ, ਚਾਲੂ ਕਰ ਸਕੋਗੇ। ਆਈ ਵਿਲ ਨੈਵਰ ਗੋ ਬੈਕ ਟੂ ਦੈਟ ਪਲੇਸ, ਅਲਬਰਟ ਅਸ਼ੋਰਡ ਹਿਮ, ਅਲਬਰਟ ਨੇ ਉਸਨੂੰ ਯਕੀਨ ਦਿਵਾਇਆ ਯੂਰੀ ਨੂੰ ਕਿ ਮੈਂ ਵਾਪਸ ਨਹੀਂ ਆਵਾਂਗਾ। ਆਈ ਐਮ ਗੋਇੰਗ ਟੂ ਟੇਕ ਦਿਸ ਸਰਟੀਫਿਕੇਟ ਟੂ ਦਾ ਹੈਡ ਟੀਚਰ ਟੁਮਾਰੋ, ਮੈਂ ਕੱਲ ਨੂੰ ਹੈਡ ਟੀਚਰ ਕੋਲ ਇਹ ਸਰਟੀਫਿਕੇਟ ਲਿਜਾ ਰਿਹਾ ਹਾਂ। ਐਂਡ ਦੈਟ ਵਿਲ ਬੀ ਦਾ ਐਂਡ ਆਫ ਇਟ, ਅਤੇ ਬਸ ਇੱਥੇ ਹੀ ਸਭ ਕੁਝ ਖਤਮ ਹੋ ਜਾਵੇਗਾ। ਡੋਂਟ ਫੋਰਗੇਟ ਟੂ ਗੈਟ ਅ ਰੈਫਰੈਂਸ ਇਨ ਰਾਈਟਿੰਗ ਫਰॉम ਯੂਰ ਮੈਥਮੈਟਿਕਸ ਟੀਚਰ ਫਰਸਟ, ਯੂਰੀ ਰਿਮਾਈਂਡਡ ਹਿਮ, ਆਪਣੇ ਮੈਥਮੈਟਿਕਸ ਟੀਚਰ ਤੋਂ ਇੱਕ ਰੈਫਰੈਂਸ ਵਿੱਚ ਲਿਖਵਾਉਣਾ ਨਾ ਭੁੱਲ ਜਾਣਾ, ਯੂਰੀ ਨੇ ਇਹ ਅਲਬਰਟ ਨੂੰ ਯਾਦ ਕਰਵਾਇਆ। ਮਿਸਟਰ ਕੋਚ ਕੌਣ ਸਨ? ਮੈਥਮੈਟਿਕਸ ਟੀਚਰ ਸਨ। ਵਿਲਿੰਗਲੀ ਗੇਵ ਅਲਬਰਟ ਦਾ ਰੈਫਰੈਂਸ ਹੀ ਵਾਂਟਡ, ਬੜੀ ਖੁਸ਼ੀ ਮਿਸਟਰ ਕੋਚ ਨੇ ਅਲਬਰਟ ਨੂੰ ਉਹ ਰੈਫਰੈਂਸ ਲਿਖ ਦਿੱਤਾ ਜੋ ਅਲਬਰਟ ਚਾਹੁੰਦਾ ਸੀ। ਇਫ ਆਈ ਸੇ ਆਈ ਕਾਂਟ ਟੀਚ ਯੂ ਐਨੀ ਮੋਰ, ਜੇਕਰ ਮੈਂ ਇਹ ਕਹਿ ਦੇਵਾਂ ਕਿ ਮੈਂ ਤੁਹਾਨੂੰ ਹੋਰ ਨਹੀਂ ਪੜ੍ਹਾ ਸਕਦਾ, ਐਂਡ ਪ੍ਰੋਬੇਬਲੀ ਯੂ ਵਿਲ ਸੂਨ ਬੀ ਏਬਲ ਟੂ ਟੀਚ ਮੀ, ਅਤੇ ਸ਼ਾਇਦ ਤੁਸੀਂ ਹੀ ਜਲਦੀ ਮੈਨੂੰ ਪੜ੍ਹਾਉਣ ਦੇ ਯੋਗ ਹੋ ਜਾਵੋਗੇ। ਵਿਲ ਦੈਟ ਬੀ ਆਲ ਰਾਈਟ, ਕੀ ਇਹ ਕਾਫੀ ਹੋਵੇਗਾ? ਹੀ ਆਸਕਡ, ਟੀਚਰ ਨੇ ਇਹ ਗੱਲ ਪੁੱਛੀ। ਦੈਟਸ ਸੇਇੰਗ ਟੂ ਮਚ ਸਰ, ਸੈਡ ਅਲਬਰਟ, ਇਹ ਤਾਂ ਬਹੁਤ ਜ਼ਿਆਦਾ ਹੋ ਜਾਵੇਗਾ ਸਰ। ਇਟ ਇਜ਼ ਓਨਲੀ ਦਾ ਟਰੁਥ, ਇਹੀ ਸੱਚ ਹੈ। ਬਟ ਆਲ ਰਾਈਟ, ਠੀਕ ਹੈ। ਆਈ ਵਿਲ ਪੁੱਟ ਇਟ ਮਚ ਮੋਰ ਸੀਰੀਅਸਲੀ, ਮੈਂ ਜ਼ਿਆਦਾ ਸੀਰੀਅਸਲੀ ਤਰੀਕੇ ਨਾਲ ਇਹ ਤੁਹਾਨੂੰ ਮੈਂ ਜੋ ਰਾਈਟਿੰਗ ਲਿਖ ਕੇ ਦੇਣੀ ਹੈ ਲਿਖ ਦੇਵਾਂਗਾ। ਇਟ ਵਿਲ ਸਟਿਲ ਅ ਗਲੋਇੰਗ ਰੈਫਰੈਂਸ, ਇਹ ਕੀ ਹੈ? ਇੱਕ ਬਹੁਤ ਹੀ ਵਧੀਆ ਰੈਫਰੈਂਸ ਸੀ। ਐਂਡ ਮਿਸਟਰ ਕੋਚ ਮੇਡ ਦਾ ਪੁਆਇੰਟ ਦੈਟ ਅਲਬਰਟ ਵਾਜ਼ ਆਲਰੇਡੀ ਇਮੀਡੀਏਟਲੀ ਟੂ ਐਂਟਰ ਅ ਕਾਲਜ ਔਰ ਇੰਸਟੀਚਿਊਟ, ਮਿਸਟਰ ਕੋਚ ਨੇ ਇਹ ਪੁਆਇੰਟ ਆਊਟ ਕਰ ਦਿੱਤਾ ਕਿ ਅਲਬਰਟ ਪੂਰੀ ਤਰ੍ਹਾਂ ਤਿਆਰ ਹੈ, ਕਿਸੇ ਵੀ ਕਾਲਜ ਜਾਂ ਇੰਸਟੀਚਿਊਟ ਦੇ ਵਿੱਚ ਤੁਰੰਤ ਐਡਮਿਸ਼ਨ ਲੈਣ ਦੇ ਲਈ ਤਿਆਰ ਹੈ। ਫॉर ਦਾ ਸਟੱਡੀ ਆਫ ਹਾਇਰ ਮੈਥਮੈਟਿਕਸ, ਹਾਇਰ ਮੈਥਮੈਟਿਕਸ ਦੀ ਸਟੱਡੀ ਕਰਨ ਦੇ ਲਈ ਅਲਬਰਟ ਪੂਰੀ ਤਰ੍ਹਾਂ ਤਿਆਰ ਹੈ। ਆਈ ਐਮ ਸੌਰੀ ਯੂ ਆਰ ਲੀਵਿੰਗ ਅਸ, ਮੈਨੂੰ ਦੁੱਖ ਹੈ ਕਿ ਤੁਸੀਂ ਸਾਨੂੰ ਛੱਡ ਕੇ ਜਾ ਰਹੇ ਹੋ। ਆਲਦੋ ਯੂ ਆਰ ਵੇਸਟਿੰਗ ਯੂਅਰ ਟਾਈਮ ਇਨ ਮਾਈ ਕਲਾਸ, ਹੀ ਸੈਡ, ਟੀਚਰ ਨੇ ਕਿਹਾ, ਭਾਵੇਂ ਕਿ ਤੁਸੀਂ ਮੇਰੀ ਕਲਾਸ ਦੇ ਵਿੱਚ ਆਪਣਾ ਟਾਈਮ ਹੀ ਬਰਬਾਦ ਕਰ ਰਹੇ ਸੀ, ਪਰ ਫਿਰ ਵੀ ਮੈਨੂੰ ਦੁੱਖ ਹੈ ਕਿ ਤੁਸੀਂ ਜਾ ਰਹੇ ਹੋ। ਇਟ ਇਜ਼ ਆਲਮੋਸਟ ਦਾ ਓਨਲੀ ਕਲਾਸ ਵੇਅਰ ਆਈ ਐਮ ਨਾਟ ਵੇਸਟਿੰਗ ਮਾਈ ਟਾਈਮ, ਸੈਡ ਅਲਬਰਟ, ਅਲਬਰਟ ਕੀ ਕਹਿੰਦਾ ਹੈ? ਤੁਹਾਡੀ ਹੀ ਕਲਾਸ ਹੈ ਸਰ ਜਿਸ ਵਿੱਚ ਮੈਂ ਟਾਈਮ ਵੇਸਟ ਨਹੀਂ ਕਰ ਰਿਹਾ ਸੀ। ਬਟ ਹਾਊ ਡਿਡ ਯੂ ਨੋ ਆਈ ਐਮ ਲੀਵਿੰਗ ਸਰ, ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਸਰ ਕਿ ਮੈਂ ਜਾ ਰਿਹਾ ਹਾਂ? ਯੂ ਵੁਡ ਨਾਟ ਹੈਵ ਆਸਕਡ ਮੀ ਫॉर ਦਿਸ ਰੈਫਰੈਂਸ ਅਦਰਵਾਈਜ਼, ਯੂ ਵੁਡ ਨਾਟ ਹੈਵ ਆਸਕਡ ਮੀ, ਤੁਸੀਂ ਤਾਂ ਮੈਨੂੰ ਪੁੱਛਿਆ ਹੀ ਨਹੀਂ ਸੀ ਫॉर ਦਿਸ ਰੈਫਰੈਂਸ ਅਦਰਵਾਈਜ਼, ਇਸ ਰੈਫਰੈਂਸ ਬਾਰੇ ਇਸ ਦੇ ਪਹਿਲਾਂ ਤਾਂ ਤੁਸੀਂ ਪੁੱਛਿਆ ਹੀ ਨਹੀਂ ਸੀ। ਆਈ ਥੋਟ ਯੂ ਵੁਡ ਵੰਡਰ, ਮੈਂ ਤਾਂ ਸੋਚਿਆ ਸੀ ਕਿ ਤੁਸੀਂ ਸੋਚੋਗੇ ਕਿ ਥੋੜਾ ਜਿਹਾ ਬੁਰਾ ਮਹਿਸੂਸ ਕਰੋਗੇ ਜੇ ਮੈਂ ਤੁਹਾਨੂੰ ਇਹ ਕਿਹਾ ਕਿ ਮੈਂ ਜਾ ਰਿਹਾ ਹਾਂ। ਅਲਬਰਟ ਇਹ ਗੱਲ ਸੋਚ ਰਿਹਾ ਹੈ। ਦੇयर इज नथिंग टू वंडर अबाउट आइंस्टाइन, ਆਇਨਸਟਾਈਨ ਇਸ ਵਿੱਚ ਕੋਈ ਸੋਚਣ ਵਾਲੀ ਗੱਲ ਨਹੀਂ ਹੈ, ਕੋਈ ਬੁਰਾ ਮਨਾਉਣ ਵਾਲੀ ਗੱਲ ਨਹੀਂ ਹੈ। ਆਈ ਨਿਊ ਯੂ ਆਰ ਗੋਇੰਗ ਟੂ ਲੀਵ ਬਿਫੋਰ ਯੂ ਨਿਊ ਯੂਅਰਸੈਲਫ, ਮੈਂ ਜਾਣਦਾ ਸੀ ਕਿ ਤੂੰ ਬਸ ਜਾ ਰਿਹਾ ਹੈ
ਤੇਰੇ ਜਾਣਨ ਤੋਂ ਪਹਿਲਾਂ ਵੀ ਮੈਨੂੰ ਪਤਾ ਸੀ। ਅਲਬਰਟ ਵਾਸ ਪਜ਼ਲਡ। ਅਲਬਰਟ ਥੋੜਾ ਜਿਹਾ ਪਜ਼ਲ ਸੀ ਇਸ ਗੱਲ ਦੇ ਲਈ ਕਿ ਟੀਚਰ ਨੂੰ ਕਿਵੇਂ ਪਹਿਲਾਂ ਪਤਾ ਸੀ। ਵਟ ਡਿਡ ਦਾ ਟੀਚਰ ਮੀਨ? ਟੀਚਰ ਦਾ ਕੀ ਮਤਲਬ ਸੀ ਇਹ ਗੱਲ ਕਹਿਣ ਦਾ? ਅਲਬਰਟ ਇਹ ਗੱਲ ਸੋਚ ਰਿਹਾ ਸੀ। ਹੀ ਸੋਨ ਫਾਊਂਡ ਆਊਟ, ਉਸਨੂੰ ਜਲਦੀ ਹੀ ਪਤਾ ਲੱਗ ਗਿਆ। ਬਿਫੋਰ ਹੀ ਹੈਡ ਅ ਚਾਂਸ ਟੂ ਆਸਕ ਫॉर ਐਨ ਇੰਟਰਵਿਊ ਵਿਦ ਦਾ ਹੈਡ ਟੀਚਰ, ਇਸ ਤੋਂ ਪਹਿਲਾਂ ਕਿ ਉਸਨੂੰ ਇਹ ਮੌਕਾ ਮਿਲਦਾ ਕਿ ਉਹ ਹੈਡ ਟੀਚਰ ਦੇ ਨਾਲ ਇੱਕ ਗੱਲਬਾਤ ਕਰੇ, ਆਪਣੇ ਜਾਣ ਬਾਰੇ ਦੱਸੇ, ਉਹ ਲੈਟਰ ਹੈਡ ਟੀਚਰ ਨੂੰ ਦੇਵੇ। ਹੀ ਵਾਸ ਸਮਨ ਟੂ ਦਾ ਹੈਡ ਰੂਮ, ਉਸਨੂੰ ਹੈਡਸ ਦੇ ਰੂਮ ਦੇ ਵਿੱਚ, ਹੈਡ ਟੀਚਰ ਦੇ ਰੂਮ ਦੇ ਵਿੱਚ ਅਲਬਰਟ ਨੂੰ ਪਹਿਲਾਂ ਹੀ ਬੁਲਾ ਲਿਆ ਗਿਆ। ਵੈਲ ਇਟ ਸੇਵਸ ਮੀ ਦਾ ਟਰਬਲ ਆਫ ਹੈਵਿੰਗ ਟੂ ਵੇਟ ਐਨ ਆਰ ਔਰ ਟੂ ਆਊਟਸਾਈਡ, ਹੀ ਥਾਟ। ਅਲਬਰਟ ਸੋਚਦਾ ਹੈ ਚਲੋ ਚੰਗਾ ਹੀ ਹੋਇਆ ਕਿ 1 ਜਾਂ 2 ਘੰਟੇ ਮੈਨੂੰ ਬਾਹਰ ਬੈਠ ਕੇ ਵੇਟ ਨਹੀਂ ਕਰਨੀ ਪਈ। ਹੀ ਹਾਰਡਲੀ bothered to wonder why he had been sent for। ਅਲਬਰਟ ਨੂੰ ਇਸ ਗੱਲ ਦੀ ਕੋਈ ਜ਼ਿਆਦਾ ਚਿੰਤਾ ਨਹੀਂ ਸੀ ਕਿ ਟੀਚਰ ਨੇ, ਹੈਡ ਟੀਚਰ ਨੇ ਉਸਨੂੰ ਕਿਉਂ ਬੁਲਾਇਆ ਹੈ। ਬਟ ਵੈਗਲੀ ਸਪੋਜ਼ਡ ਹੀ ਵਾਸ ਟੂ ਬੀ ਪਨਿਸ਼ਡ ਅਗੇਨ ਫॉर ਬੈਡ ਵਰਕ। ਪਰ ਉਸਨੂੰ ਇੱਕ ਧੁੰਦਲਾ ਜਿਹਾ ਉਸਦੇ ਮਨ ਵਿੱਚ ਇਹ ਗੱਲ ਸੀ ਕਿ ਸ਼ਾਇਦ ਮੇਰੇ ਮਾੜੇ ਕੰਮ ਦੇ ਲਈ ਹੀ ਕੁਝ ਕਹਿਣਾ ਹੋਵੇਗਾ, ਐਂਡ ਲੇਜ਼ੀਨੈਸ ਅਤੇ ਮੇਰੀ ਸੁਸਤੀ ਬਾਰੇ ਹੀ ਕੁਝ ਕਹਿਣਾ ਹੋਵੇਗਾ, ਫੇਰ ਝਿੜਕਣਾ ਹੋਵੇਗਾ। ਵੈਲ ਹੀ ਹੈਡ ਫਿਨਿਸ਼ਡ ਵਿਦ ਪਨਿਸ਼ਮੈਂਟਸ, ਪਰ ਉਹ ਕੀ ਆ, ਹੁਣ ਆਪਣੀਆਂ ਸਜ਼ਾਵਾਂ ਸਾਰੀਆਂ ਪੂਰੀਆਂ ਕਰ ਚੁੱਕਾ ਸੀ। I am not going to punish you, the head teacher said to Albert's surprise। ਅਲਬਰਟ ਇਸ ਗੱਲ ਤੇ ਬੜਾ ਹੈਰਾਨ ਹੋਇਆ ਜਦ ਹੈਡ ਟੀਚਰ ਨੇ ਉਸਨੂੰ ਕਿਹਾ, ਮੈਂ ਤੁਹਾਨੂੰ ਸਜ਼ਾ ਨਹੀਂ ਦੇਣ ਜਾ ਰਿਹਾ ਹਾਂ। Your work is terrible, ਤੇਰਾ ਕੰਮ ਬਹੁਤ ਹੀ ਮਾੜਾ ਹੈ। And I am not prepared to have you here any longer, Einstein। ਅਤੇ ਮੈਂ ਤਿਆਰ ਨਹੀਂ ਹਾਂ ਕਿ ਤੈਨੂੰ ਹੋਰ ਇਸ ਸਕੂਲ ਵਿੱਚ ਰੱਖਿਆ ਜਾਵੇ, ਆਇਨਸਟਾਈਨ। I want you to leave the school now। ਮੈਂ ਚਾਹੁੰਦਾ ਹਾਂ ਕਿ ਤੂੰ ਹੁਣੇ ਸਕੂਲ ਛੱਡ ਕੇ ਚਲਾ ਜਾਵੇਂ। ਲੀਵ ਸਕੂਲ ਨਾਓ, ਹੁਣੇ ਸਕੂਲ ਛੱਡ ਕੇ ਚਲਾ ਜਾ। ਸੌਰੀ, ਲੀਵ ਸਕੂਲ ਨਾਓ? ਐਲਬਰਟ ਪੁੱਛਦਾ ਹੈ ਕਿ ਹੁਣੇ ਸਕੂਲ ਛੱਡ ਕੇ ਚਲਾ ਜਾਵਾਂ? ਡੇਜ਼ਡ, ਦੈਟ ਇਜ਼ ਵਟ ਆਈ ਸੈਡ। ਹਾਂ, ਇਹੀ ਹੈ ਜੋ ਮੈਂ ਕਿਹਾ। ਬੜਾ ਹੈਰਾਨ ਹੋ ਕੇ ਐਲਬਰਟ ਉਸਨੂੰ ਪੁੱਛਦਾ ਹੈ ਕਿ ਤੁਸੀਂ ਇਹ ਕਿਹਾ ਕਿ ਮੈਂ ਸਕੂਲ ਛੱਡ ਕੇ ਚਲਾ ਜਾਵਾਂ? ਅਤੇ ਹੈਡ ਟੀਚਰ ਨੇ ਕੀ ਕਿਹਾ? ਦੈਟ ਇਜ਼ ਵਟ ਆਈ ਸੈਡ। ਹਾਂ ਹਾਂ, ਮੈਂ ਇਹੀ ਗੱਲ ਕਹੀ। ਯੂ ਮੀਨ, ਸੈਡ ਐਲਬਰਟ, ਦੈਟ ਆਈ ਐਮ ਟੂ ਬੀ ਐਕਸਪੈਲਡ। ਤੁਹਾਡਾ ਮਤਲਬ ਹੈ ਕਿ ਮੈਨੂੰ ਕੱਢਿਆ ਜਾ ਰਿਹਾ ਹੈ। ਯੂ ਕੈਨ ਟੇਕ ਇਟ ਦੈਟ ਵੇ ਇਫ ਯੂ ਵਿਸ਼, ਆਇਨਸਟਾਈਨ। ਜੇਕਰ ਤੂੰ ਇਸ ਤਰ੍ਹਾਂ ਸੋਚਣਾ ਚਾਹੁੰਦਾ ਹੈ ਤਾਂ ਇਸ ਤਰ੍ਹਾਂ ਸੋਚ ਲੈ, ਆਇਨਸਟਾਈਨ। ਦ ਹੈਡ ਟੀਚਰ ਵਾਜ਼ ਨਾਟ ਮਿਨਸਿੰਗ ਵਰਡਸ। ਹੈਡ ਟੀਚਰ ਕੋਈ ਸ਼ਬਦਾਂ ਨੂੰ ਲੁਕੋ ਕੇ ਨਹੀਂ ਕਹਿ ਰਿਹਾ ਸੀ, ਸਪਸ਼ਟ ਹੀ ਕਹਿ ਰਿਹਾ ਸੀ ਕਿ ਹਾਂ, ਅਸੀਂ ਤੈਨੂੰ ਕੱਢ ਹੀ ਰਹੇ ਹਾਂ। ਦ ਸਿੰਪਲੈਸਟ ਥਿੰਗ ਵਿਲ ਬੀ ਫॉर ਯੂ ਟੂ ਗੋ ਆਫ ਯੂਰ ਓਨ ਅਕੜ। ਬਸ ਸਿੰਪਲ ਗੱਲ ਇਹ ਹੈ ਕਿ ਤੂੰ ਆਪਣੇ ਆਪ ਹੀ ਇੱਥੋਂ ਚਲਾ ਜਾ। ਆਫ ਯੂਰ ਓਨ ਅਕੜ ਕੀ ਹੁੰਦਾ? yourself। ਐਂਡ ਦੈਨ ਦ ਕੁਐਸਚਨ ਵਿਲ ਨਾਟ ਅਰੇਜ਼, ਤਾਂ ਫਿਰ ਕੋਈ ਪ੍ਰਸ਼ਨ ਹੀ ਨਹੀਂ ਉੱਠੇਗਾ। ਬਟ ਸੈਡ ਅਲਬਰਟ, ਪਰ ਅਲਬਰਟ ਨੇ ਕਿਹਾ, ਵਟ ਕ੍ਰਾਈਮ ਹੈਵ ਆਈ ਕਮਿਟਡ? ਅਲਬਰਟ ਉਸਨੂੰ ਪੁੱਛਦਾ ਹੈ, ਹੈਡ ਟੀਚਰ ਨੂੰ, ਪਰ ਮੈਂ ਕ੍ਰਾਈਮ ਕੀ ਕੀਤਾ ਹੈ, ਮੈਨੂੰ ਇਹ ਤਾਂ ਦੱਸ ਦਿਓ। ਯੂਅਰ ਪ੍ਰੈਜ਼ੈਂਸ ਇਨ ਦਾ ਕਲਾਸਰੂਮ ਮੇਕਸ ਇਟ ਇੰਪੋਸੀਬਲ ਫॉर ਦਾ ਟੀਚਰ ਟੂ ਟੀਚ। ਤੁਹਾਡੀ ਜੋ ਪ੍ਰੈਜ਼ੈਂਸ ਹੁੰਦੀ ਹੈ ਕਲਾਸ ਦੇ ਵਿੱਚ, ਤੁਸੀਂ ਜਦ ਕਲਾਸ ਵਿੱਚ ਹੁੰਦੇ ਹੋ ਤਾਂ ਟੀਚਰ ਦੇ ਲਈ ਬੜਾ ਔਖਾ ਹੋ ਜਾਂਦਾ ਹੈ ਪੜ੍ਹਾਉਣਾ। ਐਂਡ ਫॉर ਦਾ ਅਦਰ ਪਰਪਸ ਟੂ ਲਰਨ, ਅਤੇ ਦੂਸਰੇ ਬੱਚਿਆਂ ਦੇ ਲਈ ਪੜ੍ਹਨਾ ਔਖਾ ਹੋ ਜਾਂਦਾ ਹੈ। ਯੂ ਰਿਫਿਊਜ਼ ਟੂ ਲਰਨ, ਤੁਸੀਂ ਪੜ੍ਹਨ ਤੋਂ ਇਨਕਾਰ ਕਰ ਦਿੰਦੇ ਹੋ। ਯੂ ਆਰ ਇਨ ਕੰਸਟੈਂਟ ਰਿਬੇਲੀਅਨ, ਅਤੇ ਤੁਸੀਂ ਲਗਾਤਾਰ ਵਿਦਰੋਹੀ ਬਣੇ ਹੋਏ ਹੋ। ਐਂਡ ਨੋ ਸੀਰੀਅਸ ਵਰਕ ਕੈਨ ਬੀ ਡਨ ਵਾਈਲ ਯੂ ਆਰ ਦੇਅਰ, ਅਤੇ ਕੋਈ ਵੀ ਸੀਰੀਅਸ ਕੰਮ ਨਹੀਂ ਕੀਤਾ ਜਾ ਸਕਦਾ ਜਦ ਤੁਸੀਂ ਸਕੂਲ ਵਿੱਚ ਹੋ। ਅਲਬਰਟ ਫੈਲਟ ਮੈਡੀਕਲ ਸਰਟੀਫਿਕੇਟ ਆਲਮੋਸਟ ਬਰਨਿੰਗ ਅ ਹੋਲ ਇਨ ਹਿਸ ਪਾਕਟ। ਅਲਬਰਟ ਨੇ ਕੀ ਸੋਚਿਆ, ਜੋ ਮੈਡੀਕਲ ਸਰਟੀਫਿਕੇਟ ਉਸਦੀ ਜੇਬ ਵਿੱਚ ਸੀ, ਉਹ ਉਸਦਾ ਹੁਣ ਕੋਈ ਫਾਇਦਾ ਨਹੀਂ ਸੀ। ਆਈ ਵਾਸ ਗੋਇੰਗ ਟੂ ਲੀਵ ਐਨੀਵੇ, ਹੀ ਸੈਡ। ਮੈਂ ਜਾ ਹੀ ਰਿਹਾ ਸੀ, ਉਸਨੇ ਕਿਹਾ। ਅਲਬਰਟ ਟੀਚਰ ਨੂੰ ਕੀ ਕਹਿ ਰਿਹਾ ਹੈ ਕਿ ਬਸ ਮੈਂ ਜਾ ਹੀ ਰਿਹਾ ਸੀ। ਦੈਨ ਵੀ ਆਰ ਇਨ ਐਗਰੀਮੈਂਟ ਐਟ ਲੀਸਟ, ਆਇਨਸਟਾਈਨ। ਫਿਰ ਤਾਂ ਸਾਡੀ ਇੱਕ ਸਹਿਮਤੀ ਹੀ ਹੋਗੀ, ਆਇਨਸਟਾਈਨ। ਤੁਸੀਂ ਜਾ ਹੀ ਰਹੇ ਸੀ, ਫਿਰ ਤਾਂ ਕੋਈ ਕੁਐਸਚਨ ਹੀ ਨਹੀਂ ਹੈ। ਦ ਹੈਡ ਸੈਡ, ਹੈਡ ਨੇ ਕਿਹਾ। ਫॉर ਅ ਮੋਮੈਂਟ ਅਲਬਰਟ ਵਾਸ ਟੈਂਪਟਡ ਟੂ ਟੈਲ ਦ ਮੈਨ ਵਟ ਹੀ ਥਾਟ ਆਫ ਹਿਮ ਐਂਡ ਆਫ ਹਿਸ ਸਕੂਲ। ਇੱਕ ਪਲ ਦੇ ਲਈ ਅਲਬਰਟ ਦਾ ਇਹ ਮਨ ਕੀਤਾ ਕਿ ਉਹ ਹੈਡ ਨੂੰ ਇਹ ਗੱਲ ਕਹਿ ਦੇਵੇ ਕਿ ਉਹ ਸਕੂਲ ਬਾਰੇ ਅਤੇ ਉਹਨਾਂ ਬਾਰੇ ਕੀ ਸੋਚਦਾ ਸੀ। ਦੈਨ ਹੀ ਸਟਾਪਡ ਹਿਮਸੈਲਫ, ਪਰ ਫਿਰ ਉਸਨੇ ਆਪਣੇ ਆਪ ਨੂੰ ਰੋਕ ਲਿਆ। ਵਿਦਆਊਟ ਅਨਦਰ ਵਰਡ, ਕੋਈ ਹੋਰ ਸ਼ਬਦ ਕਹੇ ਬਿਨਾ, ਹੋਲਡਿੰਗ ਹਿਸ ਹੈਡ ਹਾਈ, ਆਪਣਾ ਸਿਰ ਉੱਪਰ ਚੁੱਕੇ ਹੋਏ, ਹੀ ਸਟਾਕਡ ਆਊਟ, ਉਹ ਅਕੜ ਕੇ ਬਾਹਰ ਨਿਕਲ ਜਾਂਦਾ ਹੈ। ਸ਼ਟ ਦ ਡੋਰ ਆਫਟਰ ਯੂ, ਸ਼ਾਊਟਡ ਦ ਹੈਡ। ਹੈਡ ਨੇ ਉਸਨੂੰ ਕੀ ਕਿਹਾ? ਜਾਂਦੇ ਹੋਏ ਦਰਵਾਜ਼ਾ ਬੰਦ ਕਰ ਜਾਣਾ। ਅਲਬਰਟ ਇਗਨੋਰ ਹਿਮ, ਪਰ ਅਲਬਰਟ ਨੇ ਕੀ ਹੈ, ਹੈਡ ਟੀਚਰ ਦੀ ਇਸ ਗੱਲ ਨੂੰ ਇਗਨੋਰ ਕੀਤਾ। ਹੀ ਵਾਕਡ ਸਟ੍ਰੇਟ ਔਨ, ਉਹ ਸਿੱਧਾ ਚੱਲਦਾ ਗਿਆ, ਆਊਟ ਆਫ ਦਾ ਸਕੂਲ ਵੇਅਰ ਹੀ ਹੈਡ ਸਪੈਂਟ 5 ਮਿਜ਼ਰੇਬਲ ਈਅਰਸ। ਉਹ ਸਕੂਲ ਤੋਂ ਬਾਹਰ ਚਲਾ ਗਿਆ ਜਿੱਥੇ ਉਸਨੇ 5 ਸਾਲ, ਲਗਭਗ 5 ਸਾਲ ਬਿਤਾਏ ਸਨ। ਵਿਦਆਊਟ ਟਰਨਿੰਗ ਹਿਸ ਹੈਡ ਟੂ ਗਿਵ ਇਟ ਅ ਲਾਸਟ ਲੁੱਕ,
ਉਸਨੇ ਆਪਣਾ ਸਿਰ ਵੀ ਘੁਮਾ ਕੇ ਨਾ ਦੇਖਿਆ, ਸਕੂਲ ਨੂੰ ਇੱਕ ਵਾਰ ਲਾਸਟ ਵਾਰ ਦੇਖਣ ਦੇ ਲਈ ਵੀ ਉਸਨੇ ਸਿਰ ਨਾ ਘੁਮਾਇਆ। He could not think of anyone he wanted to say goodbye to. ਉਹ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਉਹ ਨਹੀਂ ਸੋਚ ਰਿਹਾ ਸੀ ਕਿ ਜਾਂਦੇ ਜਾਂਦੇ ਜਿਸ ਨੂੰ ਗੁੱਡ ਬਾਏ ਕਹੇ। Indeed, Yuri was almost the only person in Munich he felt like seeing before he left the town he had come to hate almost as much as the school. ਇੱਕ ਯੂਰੀ ਹੀ ਸੀ ਜਿਸ ਨੂੰ ਉਹ ਜਾਣ ਤੋਂ ਪਹਿਲਾਂ ਮਿਲਣਾ ਚਾਹੁੰਦਾ ਸੀ, ਇਸ ਟਾਊਨ ਨੂੰ ਛੱਡਣ ਤੋਂ ਪਹਿਲਾਂ, ਕਿਉਂਕਿ ਉਹ ਇਸ ਟਾਊਨ ਨੂੰ ਵੀ ਹੁਣ ਓਨੀ ਹੀ ਨਫ਼ਰਤ ਕਰਦਾ ਸੀ ਜਿੰਨੀ ਕਿ ਉਸ ਸਕੂਲ ਨੂੰ। ਐਲਜ਼ਾ ਵਾਸ ਬੈਕ ਇਨ ਬਰਲਿਨ, ਐਲਜ਼ਾ ਵੀ ਹੁਣ ਬਰਲਿਨ ਵਿੱਚ ਸੀ, ਐਂਡ ਹੀ ਹੈਡ no other real friend, ਅਤੇ ਉਸਦਾ ਹੋਰ ਕੋਈ ਰੀਅਲ ਫਰੈਂਡ ਨਹੀਂ ਸੀ। ਗੁੱਡ ਬਾਏ ਐਂਡ ਗੁੱਡ ਲੱਕ, ਸੈਡ ਯੂਰੀ ਵੈਨ ਹੀ ਲੈਫਟ, ਯੂਰੀ ਨੇ ਉਸਨੂੰ ਗੁੱਡ ਬਾਏ ਕਿਹਾ, ਗੁੱਡ ਲੱਕ ਕਿਹਾ ਜਦੋਂ ਉੱਥੋਂ ਚਲਾ ਗਿਆ। ਯੂ ਆਰ ਗੋਇੰਗ ਟੂ ਅ ਵੰਡਰਫੁਲ ਕੰਟਰੀ, ਤੁਸੀਂ ਇੱਕ ਬਹੁਤ ਹੀ ਵਧੀਆ ਕੰਟਰੀ ਦੇ ਵਿੱਚ ਜਾ ਰਹੇ ਹੋ। ਆਈ ਥਿੰਕ, ਮੈਨੂੰ ਲੱਗਦਾ ਹੈ, ਆਈ ਹੋਪ ਯੂ ਵਿਲ ਬੀ ਹੈਪੀਅਰ ਦੇਅਰ, ਮੈਂ ਆਸ ਕਰਦਾ ਹਾਂ ਕਿ ਤੁਸੀਂ ਉੱਥੇ ਬਹੁਤ ਹੀ ਖੁਸ਼ ਰਹੋਗੇ। Okay, students, here we have completed this fourth chapter, Albert Einstein at School. I hope you have understood it. If you have liked it, please subscribe my channel and bell the press icon. Thanks.